ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਆ ਸਾਡੇ ਆਨਲਾਈਨ ਪਲੇਟਫਾਰਮ ਤੇ। ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਪੰਜਾਬ ਦੇ ਵਿੱਚ ਪੀਟੀਆਈ 2000 ਪੋਸਟਾਂ ਦਾ ਬਹੁਤ ਬੋਲਬਾਲਾ ਚੱਲ ਰਿਹਾ ਆ। ਤਾਂ ਉਹਨਾਂ ਦੇ ਰਿਲੇਟਿਡ ਹੀ ਉਹਨਾਂ ਪੋਸਟਾਂ ਨੂੰ ਲੈ ਕੇ ਹੀ ਆਪਾਂ ਫਿਜ਼ੀਕਲ ਐਜੂਕੇਸ਼ਨ ਦਾ ਪੀਟੀਆਈ 2000 ਪੋਸਟਾਂ ਦੇ ਲਈ ਜਿਹੜਾ ਬੈਚ ਆ ਉਹਦੀ ਸ਼ੁਰੂਆਤ ਕਰੀ ਹੋਈ ਆ। ਤੇ ਉਹਦੇ ਰਿਲੇਟਿਡ ਹੀ ਟੌਪਿਕ ਆ ਜਿਹੜੇ ਜਾਂ ਉਹਦੇ ਐਮਸੀਕਿਊ ਆ ਉਹ ਆਪਾਂ ਕਰਾਉਂਦੇ ਰਹਿੰਦੇ ਆ। ਸੋ ਬਹੁਤ ਹੀ ਇੱਕ ਅਹਿਮ ਟੌਪਿਕ ਨਿਊਟ੍ਰੀਸ਼ਨ ਉਹ ਆਪਾਂ ਕਵਰ ਕਰ ਚੁੱਕੇ ਹਾਂ। ਸੋ ਉਹਦੇ ਇੱਕ ਟੌਪਿਕ ਵਿਟਾਮਿਨਸ ਦੀ ਤੁਸੀਂ ਵੀਡੀਓ ਵੀ ਦੇਖੀ ਹੋਊਗੀ, ਉਹਨਾਂ ਦੀ ਅੱਜ ਐਮਸੀਕਿਊ ਆਪਾਂ ਕਰਾਂਗੇ ਜੀ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਆ ਪੰਜਾਬ ਕਲਾਸਿਸ ਜਲਾਲਾਬਾਦ ਤੇ। ਇਹ ਸਾਡੇ ਬੈਚ ਦੇ ਬਾਰੇ ਜਾਣਕਾਰੀ ਹੈ ਜੀ। ਇਸ ਸਾਈਡ ਮੇਰੀ ਕੁਆਲੀਫਿਕੇਸ਼ਨ ਆ, ਇਹ ਤੁਸੀਂ ਦੇਖ ਲਿਓ। ਬਾਰ-ਬਾਰ ਆਪਣੇ ਮੂੰਹੋਂ ਮੀਆਂ ਮੀਠ ਬਣਨਾ ਚੰਗਾ ਜਾਂ ਨਹੀਂ ਲੱਗਦਾਗਾ। ਤੇ ਇਹ ਸਾਡੇ ਕੋਰਸ ਬਾਰੇ ਜਾਣਕਾਰੀ ਆ। ਫਿਲਹਾਲ 40% ਦਾ ਜਿਹੜਾ ਡਿਸਕਾਊਂਟ ਚੱਲ ਰਿਹਾ ਜੀ ਫੀਸ ਦੇ ਉੱਪਰ, 40% ਦਾ ਡਿਸਕਾਊਂਟ ਚੱਲ ਰਿਹਾ। ਤਾਂ ਮਾਤਰ 3000 ਰੁਪਏ ਫੀਸ ਹੈ ਜੀ ਸਾਡੀ। ਇਹਦੇ ਲਈ ਤੁਸੀਂ ਸਾਡੇ ਜੇਕਰ ਡੈਮੋ ਕਲਾਸਿਸ ਦੇਖਣੀਆਂ ਹੋਣ ਤਾਂ ਸਾਡੇ YouTube ਚੈਨਲ ਪੰਜਾਬ ਕਲਾਸਿਸ ਤੇ ਜਾ ਕੇ ਦੇਖ ਸਕਦੇ ਹੋ। ਇਸ ਤੋਂ ਇਲਾਵਾ ਇਹਦੇ ਵਿੱਚ ਤੁਹਾਨੂੰ ਕੀ ਕੀ ਮਿਲੂਗਾ ਜੀ, ਇਹਦੇ ਸਾਰੀਆਂ ਕਲਾਸਿਸ ਜਿੰਨੀਆਂ ਵੀ ਹੋਣਗੀਆਂ ਤੁਹਾਨੂੰ ਸਾਡੇ ਗੂਗਲ ਪਲੇ ਸਟੋਰ ਤੇ ਸਾਡੀ ਐਪਲੀਕੇਸ਼ਨ ਮਿਲ ਜੂਗੀ। ਉਹਦੇ ਐਪਲੀਕੇਸ਼ਨ ਦੇ ਵਿੱਚ ਤੁਹਾਨੂੰ ਲਾਈਵ ਕਲਾਸਿਸ ਪਲੱਸ ਰਿਕਾਰਡਡ ਕਲਾਸਿਸ ਮਿਲਣਗੀਆਂ ਤੇ ਨਾਲ ਹੀ ਤੁਹਾਨੂੰ PDF ਫਾਰਮ ਦੇ ਵਿੱਚ ਸਾਰਾ ਮਟੀਰੀਅਲ ਵੀ ਪ੍ਰੋਵਾਈਡ ਕਰਵਾਇਆ ਜਾਊਗਾ। ਅੱਗੇ ਚੱਲਦੇ ਹਾਂ ਜੀ ਟੌਪਿਕ ਦੇ ਵੱਲ। ਤਾਂ ਆਪਣੇ ਅੱਜ ਜਿਹੜੇ ਕੁਐਸਚਨ ਆ ਉਹ ਕੁਐਸਚਨ ਆਪਣੇ ਨਿਊਟ੍ਰੀਐਂਟਸ ਤੇ ਨਿਊਟ੍ਰੀਸ਼ਨ ਤੇ ਹੋਣਗੇ। ਸਭ ਤੋਂ ਪਹਿਲੇ ਕੁਐਸਚਨ ਦੀ ਜੇਕਰ ਗੱਲ ਕਰਦੇ ਹਾਂ, ਸਭ ਤੋਂ ਪਹਿਲਾ ਕੁਐਸਚਨ ਕਿਹੜਾ ਹੈ, ਵਿਚ ਆਫ ਦਾ following is the most essential nutrients for a woman during her initial stages of pregnancy to prevent birth defects। ਜਿਹੜੀ ਔਰਤ ਆ ਜਦੋਂ ਬੱਚਾ ਸਟਾਰਟਿੰਗ ਦੇ ਵਿੱਚ ਗਰਭ ਦੇ ਵਿੱਚ ਹੁੰਦਾ ਆ ਤਾਂ ਉਹ ਬੱਚੇ ਨੂੰ ਡਿਫੈਕਟ ਤੋਂ ਬਚਾਉਣ ਦੇ ਲਈ ਇਹਨਾਂ ਦੇ ਵਿੱਚੋਂ ਕਿਹੜਾ ਨਿਊਟ੍ਰੀਐਂਟਸ ਜ਼ਰੂਰੀ ਆ। ਤਾਂ ਆਪਾਂ ਕਰਿਆ ਹੋਇਆ ਆ, ਇਹ ਵਿਟਾਮਿਨਸ ਦੇ ਵਿੱਚ ਕਰਿਆ ਹੋਇਆ ਆ। ਜਿਨ੍ਹਾਂ ਨੇ ਵੀਡੀਓ ਦੇਖੀ ਆ ਉਹਨਾਂ ਨੂੰ ਪਤਾ ਹੋਊਗਾ। ਤਾਂ B1 ਕਿਹੜਾ ਹੁੰਦਾ ਜੀ, ਥਾਇਆਮਾਈਨ, ਥਾਇਆਮਾਈਨ ਆ। ਉਸ ਤੋਂ ਬਾਅਦ ਫੋਲਿਕ ਐਸਿਡ B9 ਹੁੰਦਾ ਆ। ਵਿਟਾਮਿਨ C ਨੂੰ ਇਹਦਾ ਅਦਰ ਨੇਮ ਕੀ ਹੁੰਦਾ ਜੀ, ਐਸਕੋਰਬਿਕ ਐਸਿਡ ਇਹਦਾ ਅਦਰ ਨੇਮ ਆ। ਵਿਟਾਮਿਨ E ਟੋਕੋਫੇਰੋਲ। ਤਾਂ ਇਹਨਾਂ ਦੇ ਵਿੱਚੋਂ ਕਿਹੜਾ ਉਹ ਵਿਟਾਮਿਨ ਆ ਜਿਹਦੀ ਕਮੀ ਦੇ ਕਰਕੇ ਇਹ ਡਿਫੈਕਟ ਹੁੰਦਾ ਆ। ਡਿਫੈਕਟ ਕਿਹੜਾ ਸੀਗਾ, ਨਿਊਰਲ ਬੇਬੀ ਸਿੰਡਰਮ ਸੀਗਾ, ਜਿਹਦੇ ਵਿੱਚ ਕੀ ਹੁੰਦਾ ਆ, ਬੱਚੇ ਦਾ ਜਾਂ ਤਾਂ ਸਿਰ ਦਾ ਸਾਈਜ਼ ਵੱਧ ਜਾਂਦਾ ਜਾਂ ਛੋਟਾ ਹੋ ਜਾਂਦਾ। ਬ੍ਰੇਨ ਦੇ ਨਾਲ ਰਿਲੇਟਿਡ ਬਿਮਾਰੀ ਆ, ਸਿਰ ਦੇ ਨਾਲ ਰਿਲੇਟਿਡ ਬਿਮਾਰੀ ਆ, ਜਾਂ ਸਾਡੀ ਜਿਹੜੀ ਸਪਾਈਨਲ ਕੋਡ ਆ, ਜਿਹੜੀ ਰੀੜ ਦੀ ਹੱਡੀ ਆ ਤੇ ਸਪਾਈਨਲ ਕੋਡ ਆ ਉਹਦੇ ਵਿੱਚ ਆ, ਉਹਦੇ ਨਾਲ ਰਿਲੇਟਿਡ ਬਿਮਾਰੀ ਆ। ਉਹ ਬਿਮਾਰੀ ਹੁੰਦੀ ਆ ਬੱਚੇ ਨੂੰ ਜਨਮ ਤੋਂ ਹੀ ਹੋ ਜਾਂਦੀ ਆ। ਤਾਂ ਕਿਹਦੀ ਕਮੀ ਕਰਕੇ ਹੁੰਦੀ ਆ ਜਾਂ ਕਿਹੜਾ ਉਹ ਵਿਟਾਮਿਨ ਆ ਜਿਹੜਾ ਆਪਾਂ ਖਾਈਏ ਤਾਂ ਉਹਦੇ ਤੋਂ ਬਚਿਆ ਜਾ ਸਕਦਾ ਆ। ਤਾਂ ਉਹ ਕਿਹੜਾ ਆ ਜੀ, ਉਹ ਆ B, ਫੋਲਿਕ ਐਸਿਡ B9। ਜੇਕਰ B1 ਦੀ ਗੱਲ ਕਰੀਏ ਤਾਂ ਇਹਦੇ ਤੋਂ ਬੇਰੀ ਰੋਗ ਹੁੰਦਾ ਆ। C ਕਰਕੇ ਸਕਰਬੀ ਰੋਗ ਹੁੰਦਾ ਆ। ਤੇ ਜਿਹੜਾ E ਆ ਇਹ ਕੈਂਸਰ ਵਗੈਰਾ ਦੇ ਰੋਗਾਂ ਨੂੰ ਠੀਕ ਕਰਨ ਦੇ ਵਿੱਚ ਹੈਲਪ ਕਰਦਾ ਆ ਤੇ ਆਪਣਾ ਜਿਹੜਾ ਕੋਲੇਸਟ੍ਰੋਲ ਆ ਉਹਨੂੰ ਘੱਟ ਕਰਦਾ ਸਾਡੀ ਬੋਡੀ ਦੇ ਵਿੱਚ। ਅੱਗੇ ਚੱਲਦੇ ਹਾਂ ਜੀ ਦੂਸਰੇ ਕੁਐਸਚਨ ਦੇ ਵੱਲ। ਵਿਚ ਇਜ਼ ਦਾ ਲੀਡਿੰਗ ਕਾਜ਼ ਆਫ ਬਲਾਈਂਡਨੈਸ ਇਨ ਚਿਲਡਰਨ ਵਰਲਡ-ਵਾਈਡ। ਦੁਨੀਆ ਭਰ ਦੇ ਵਿੱਚ ਬੱਚਿਆਂ ਵਿੱਚ ਅੰਨੇਪਣ ਦਾ ਮੁੱਖ ਕਾਰਨ ਕੀ ਆ। ਜਿਹੜੇ ਵੀ ਬੱਚੇ ਆ ਉਹਨਾਂ ਦੇ ਵਿੱਚ ਅੰਨੇਪਣ ਦਾ ਮੁੱਖ ਕਾਰਨ ਕੀ ਆ। ਸਭ ਤੋਂ ਪਹਿਲੀ ਆਪਸ਼ਨ ਜੇਕਰ ਗੱਲ ਕਰੀਏ ਤਾਂ ਇਹ ਆ ਜੀ ਗਲਾਕੋਮਾ, ਸੈਕਿੰਡ ਆ ਕੈਟਰੈਕਟਸ, ਉਸ ਤੋਂ ਬਾਅਦ C ਆਪਸ਼ਨ ਆ ਕਲਰ ਬਲਾਈਂਡਨੈਸ ਤੇ D ਆਪਸ਼ਨ ਆ ਵਿਟਾਮਿਨ A ਡੈਫੀਸ਼ੀਐਂਸੀ। ਇਹ ਜਿਹੜੀਆਂ ਤਿੰਨੇ ਬਿਮਾਰੀਆਂ ਆ ਇਹ ਸਾਡੀਆਂ ਅੱਖਾਂ ਦੇ ਨਾਲ ਜੁੜੀਆਂ ਹੋਈਆਂ ਆ। ਗਲਾਕੋਮਾ ਕੀ ਹੁੰਦੇ ਆ ਜੀ, ਜਦੋਂ ਸਾਡੀਆਂ ਜਿਹੜੀਆਂ ਆਪਟਿਕ ਨਰਵਸ ਨੇ, ਆਪਟਿਕ ਨਰਵਸ ਕਿਹੜੀਆਂ ਹੁੰਦੀਆਂ ਜਿਹੜੀਆਂ ਅੱਖਾਂ ਤੋਂ ਬ੍ਰੇਨ ਤੱਕ ਮੈਸੇਜ ਲੈ ਕੇ ਜਾਂਦੀਆਂ ਆ, ਉਹ ਨਰਵਸ ਨੂੰ ਕਹਿੰਦੇ ਆ ਆਪਟਿਕ ਨਰਵਸ। ਤੇ ਉਹ ਜਦੋਂ ਡੈਮੇਜ ਹੋ ਜਾਂਦੀਆਂ ਆ, ਉਹ ਖਰਾਬ ਹੋ ਜਾਂਦੀਆਂ ਜਾਂ ਖਤਮ ਹੋ ਜਾਂਦੀਆਂ ਆ, ਤਾਂ ਸਾਨੂੰ ਜਿਹੜੀ ਬਿਮਾਰੀ ਹੁੰਦੀ ਆ ਜਾਂ ਜਿਹੜਾ ਰੋਗ ਹੁੰਦਾ ਅੱਖਾਂ ਦਾ ਉਹਨੂੰ ਕਹਿੰਦੇ ਆ ਗਲਾਕੋਮਾ। ਇਹਦੇ ਵਿੱਚ ਸਾਨੂੰ ਦਿਖਣਾ ਹਟ ਸਕਦਾ ਆ, ਅਸੀਂ ਅੰਨੇ ਹੋ ਸਕਦੇ ਆ। ਕੈਟਰੈਕਟਸ ਮੋਤੀਆਬਿੰਦੂ, ਇਹ ਨਾਰਮਲੀ ਆਪਾਂ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਹਰ ਇੱਕ ਬਿਮਾਰੀ ਦਾ ਪਤਾ ਹੀ ਹੋਊਗਾ ਕੈਟਰੈਕਟਸ ਦੇ ਬਾਰੇ, ਮੋਤੀਆਬਿੰਦੂ ਦੇ ਬਾਰੇ। ਕਲਰ ਬਲਾਈਂਡਨੈਸ ਹੋ ਜਾਂਦੀ ਆ, ਇਹਦੇ ਬਾਰੇ ਵੀ ਪਤਾ ਹੀ ਹੋਊਗਾ।
ਉਸ ਤੋਂ ਬਾਅਦ ਗੱਲ ਕਰਦੇ ਹੁਣ ਕੁਐਸਚਨ ਦੀ, ਤਾਂ ਅੰਨੇਪਣ ਦਾ ਮੁੱਖ ਕਾਰਨ ਕੀ ਆ? ਤਾਂ ਆਪਾਂ ਪੜਿਆ ਸੀਗਾ ਵਿਟਾਮਿਨਸ ਦੇ ਵਿੱਚ ਜਿਹੜਾ ਵਿਟਾਮਿਨ ਏ ਆ, ਵਿਟਾਮਿਨ ਏ ਦੀ ਫੰਕਸ਼ਨਿੰਗ ਦੀ ਜੇਕਰ ਗੱਲ ਕਰੀਏ ਤਾਂ ਉਹਦੇ ਵਿੱਚ ਇਹ ਵੀ ਆ ਕਿ ਅੱਖਾਂ ਦੇ ਲਈ, ਅੱਖਾਂ ਨੂੰ ਸਹੀ ਤਰੀਕੇ ਦੇ ਨਾਲ ਵਰਕ ਕਰਾਉਣ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਵਿਟਾਮਿਨ ਏ। ਤਾਂ ਵਿਟਾਮਿਨ ਏ ਦੀ ਡੈਫੀਸ਼ੀਐਂਸੀ ਦੇ ਕਰਕੇ ਸਾਨੂੰ ਅੱਖਾਂ ਦੇ ਰੋਗ ਹੁੰਦੇ ਆ। ਤਾਂ ਜਿਹੜਾ ਅੰਧਰਾਤਾ ਹੋ ਰਿਹਾ ਆ ਜਾਂ ਅੰਨਾਪਨ ਹੋ ਰਿਹਾ ਆ, ਉਹ ਕਿਹਦੇ ਕਰਕੇ ਮੋਸਟਲੀ ਹੋ ਰਿਹਾ ਆ? ਉਹ ਹੋ ਰਿਹਾ ਵਿਟਾਮਿਨ ਏ ਦੀ ਕਮੀ ਕਰਕੇ। ਤਾਂ ਇਹਦੀ ਸਹੀ ਜਿਹੜੀ ਆਪਸ਼ਨ ਆ ਉਹ ਆ ਜੀ ਡੀ ਆਪਸ਼ਨ। ਉਸ ਤੋਂ ਬਾਅਦ ਅਗਲੇ ਕੁਐਸਚਨ ਤੇ ਚੱਲਦੇ ਹਾਂ। ਵਿਚ ਆਫ ਦਾ ਫੋਲੋਇੰਗ ਵਿਟਾਮਿਨ ਡੈਫੀਸ਼ੀਐਂਸੀ ਕਾਜ਼ ਬੇਰੀ-ਬੇਰੀ? ਕਿਹੜਾ ਵਿਟਾਮਿਨ ਆ ਜਿਹਦੇ ਕਮੀ ਕਰਕੇ ਸਾਨੂੰ ਬੇਰੀ-ਬੇਰੀ ਦਾ ਰੋਗ ਹੋ ਜਾਂਦਾ ਆ? ਆਪਸ਼ਨਾਂ ਦੇ ਵਿੱਚ ਦੇਖਦੇ ਹਾਂ ਜੀ, ਵਿਟਾਮਿਨ B1, ਵਿਟਾਮਿਨ B2, ਵਿਟਾਮਿਨ B6, ਵਿਟਾਮਿਨ B12। ਜੇ ਇਹਨਾਂ ਦੇ ਅਦਰ ਨੇਮਸ ਦੀ ਗੱਲ ਕਰੀਏ, ਆਪਾਂ ਵਿਟਾਮਿਨਸ ਦੇ ਨਾਲ ਅਦਰ ਨੇਮ ਵੀ ਕਰੇ ਸੀ, ਤਾਂ B1 ਦਾ ਕਿਹੜਾ ਹੈ ਜੀ? ਥਾਇਆਮਾਈਨ ਆ, B2 ਰੈਬੋਫਲੇਵਿਨ ਆ, B6 ਪੈਰੀਡੋਕਸਾਈਨ ਤੇ B12 ਕੋਲੀਕੋਬਲਾਮਿਨ ਜਾਂ ਸਿਰਫ ਕੋਬਲਾਮਿਨ ਵੀ ਕਹਿ ਸਕਦੇ ਹੋ। ਤਾਂ ਇਹਦੇ ਅਦਰ ਨੇਮ ਹੈ, ਮੈਂ ਤਾਂ ਬੋਲ ਰਿਹਾ ਤਾਂ ਜੋ ਕਿ ਸੁਣ ਕੇ ਬਾਰ-ਬਾਰ ਜਦੋਂ ਇਹ ਚੀਜ਼ਾਂ ਰਿਪੀਟ ਹੋਣਗੀਆਂ ਤਾਂ ਤੁਹਾਨੂੰ ਯਾਦ ਹੋ ਜਾਣਗੀਆਂ। ਇੱਕ ਵਾਰ ਪੜ੍ਹਨ ਦੇ ਨਾਲ ਕੋਈ ਵੀ ਇਹੋ ਜਿਹਾ ਇਨਸਾਨ ਨਹੀਂ ਜਿਹਨੂੰ ਯਾਦ ਹੋ ਜਾਏ, ਜੋ ਯੂਜ਼ ਨਹੀਂ ਕਰਾਂਗੇ ਤਾਂ ਭੁੱਲ ਹੀ ਜਾਵਾਂਗੇ ਆਪਾਂ। ਤਾਂ ਹੁਣ ਇਹਦੇ ਵਿੱਚੋਂ ਆਪਾਂ ਦੱਸਣਾ ਕਿ ਕਿਹਦੇ ਕਰਕੇ, ਇਹਦੀ ਕਮੀ ਕਰਕੇ ਬੇਰੀ-ਬੇਰੀ ਰੋਗ ਹੁੰਦਾ ਆ। ਤਾਂ B1 ਕਰਕੇ ਸਾਨੂੰ ਬੇਰੀ-ਬੇਰੀ ਰੋਗ ਹੁੰਦਾ ਹੈ ਜੀ। B1 ਕਰਕੇ ਬੇਰੀ-ਬੇਰੀ ਰੋਗ ਹੁੰਦਾ ਆ। ਵਿਟਾਮਿਨ B2 ਆ ਜਿਹੜਾ, ਉਹ ਅੱਖਾਂ ਦੀ ਰੋਸ਼ਨੀ ਦੇ ਲਈ ਸਾਨੂੰ ਹੈਲਪ ਕਰਦਾ ਆ, B2 ਵੀ। B6 ਵੀ ਆ ਜਿਹੜਾ, ਇਹ ਸਾਨੂੰ ਮੈਟਾਬੋਲਿਜ਼ਮ ਦੇ ਵਿੱਚ ਕੰਮ ਕਰਦਾ ਆ ਤੇ ਇਹਦੇ ਕਰਕੇ ਇਨਸੋਮਨੀਆ ਆ ਜਿਹੜਾ, ਉਹਦੇ ਵਿੱਚ ਘਾਟ ਆਉਂਦੀ, ਮਤਲਬ ਇਨਸੋਮਨੀਆ ਤੋਂ ਵੀ ਪ੍ਰੀਵੈਂਸ਼ਨ ਕਰਦਾ ਆ। ਜਿਹੜਾ B12 ਆ, ਇਹ RBC ਪ੍ਰੋਡਿਊਸ ਕਰਨ ਦੇ ਵਿੱਚ ਹੈਲਪ ਕਰਦਾ ਆ। ਇਹਦੀ ਜਿਹੜੀ ਸਹੀ ਆਪਸ਼ਨ ਆ ਉਹ ਆ A। ਤਾਂ ਹੁਣ ਬੇਰੀ-ਬੇਰੀ ਰੋਗ ਹੁੰਦਾ ਆ। ਬੇਰੀ-ਬੇਰੀ ਦੀ ਜੇ ਗੱਲ ਕਰੀਏ ਤਾਂ ਬੇਰੀ-ਬੇਰੀ ਵੀ ਅੱਗੇ 3 ਤਰ੍ਹਾਂ ਦਾ ਆ। ਇਹਦੇ ਚੋਂ ਮੇਨ ਜਿਹੜੇ ਟਾਈਪ ਆ ਉਹ 2 ਟਾਈਪ ਆ। ਉਹ ਕਿਹੜੇ-ਕਿਹੜੇ ਆ ਜੀ? ਉਹ ਆ ਵੈਟ ਬੇਰੀ-ਬੇਰੀ ਤੇ ਡਰਾਈ ਬੇਰੀ-ਬੇਰੀ। ਵੈਟ ਬੇਰੀ-ਬੇਰੀ ਤੇ ਡਰਾਈ ਬੇਰੀ-ਬੇਰੀ। ਵੈਟ ਬੇਰੀ-ਬੇਰੀ ਕਿਹਦੇ ਨਾਲ ਰਿਲੇਟਡ ਆ? ਕਾਰਡੀਓਵੈਸਕੂਲਰ ਜਿਹੜਾ ਸਿਸਟਮ ਆ ਉਹਨੂੰ ਅਫੈਕਟ ਕਰਦਾ ਆ। ਉਹਦੇ ਜਿਹੜਾ ਸਿਸਟਮ ਦੇ ਵਿੱਚ ਜਿਹੜਾ ਕਾਰਜ ਪ੍ਰਣਾਲੀ ਆ, ਇਹਦੀ ਕਾਰਡੀਓਵੈਸਕੂਲਰ ਸਿਸਟਮ ਦੀ ਕਾਰਜ ਪ੍ਰਣਾਲੀ ਨੂੰ ਅਫੈਕਟ ਕਰਦਾ ਆ। ਉਹਦੇ ਵਿੱਚ ਕੁਛ ਨਾ ਕੁਛ ਦੁਵਿਧਾ ਆ ਜਾਊਗੀ। ਤਾਂ ਉਹ ਕਿਹੜਾ ਰੋਗ ਹੋਊਗਾ ਜੀ? ਬੇਰੀ-ਬੇਰੀ ਆ ਜਿਹੜਾ, ਸੌਰੀ ਵੈਟ ਬੇਰੀ-ਬੇਰੀ। ਜੇ ਡਰਾਈ ਬੇਰੀ-ਬੇਰੀ ਦੀ ਗੱਲ ਕਰੀਏ ਤਾਂ ਇਹ ਇਫੈਕਟ ਕਿਹਨੂੰ ਕਰੂਗਾ ਜੀ? ਇਹ ਸਾਡੇ ਨਰਵਸ ਸਿਸਟਮ ਨੂੰ ਅਫੈਕਟ ਕਰੂਗਾ। ਨਰਵਸ ਸਿਸਟਮ ਕੀ ਆ ਸਾਡਾ? ਇਹ ਬ੍ਰੇਨ ਤੇ ਸਪਾਈਨਲ ਕੋਰਡ ਜਿਹੜਾ ਮਿਲ ਕੇ ਜੋ ਵੀ ਸਿਸਟਮ ਬਣ ਰਿਹਾ, ਜੋ ਵੀ ਸਾਡੇ ਮੈਸੇਜ ਆ ਰਹੇ ਆ ਸਾਡੇ ਅਲੱਗ-ਅਲੱਗ ਬੋਡੀ ਪਾਰਟਸ ਦੇ ਤੱਕ, ਉਹ ਕਿਹਦੇ ਰਾਹੀਂ ਆ ਰਿਹਾ? ਉਹ ਸਾਡੇ ਨਰਵਸ ਸਿਸਟਮ ਦਾ ਹੀ ਹਿੱਸਾ ਆ। ਅੱਗੇ ਚੱਲਦੇ ਆ ਜੀ ਨੈਕਸਟ ਕੁਐਸਚਨ ਦੇ ਵੱਲ। ਅਗਲਾ ਕੁਐਸਚਨ ਆ, ਵਿਚ ਆਫ ਦਾ ਫੋਲੋਇੰਗ ਇਜ਼ ਅ ਫੈਟ ਸੋਲੇਬਲ ਵਿਟਾਮਿਨਸ? ਵਿਟਾਮਿਨਸ ਦੇ ਵਿੱਚ ਆਪਾਂ ਕਰਿਆ ਸੀਗਾ 2 ਤਰ੍ਹਾਂ ਦੇ ਵਿਟਾਮਿਨਸ ਹੁੰਦੇ ਆ, ਫੈਟ ਸੋਲੇਬਲ ਤੇ ਵਾਟਰ ਸੋਲੇਬਲ। ਜਿਹੜੇ ਫੈਟ ਦੇ ਵਿੱਚ ਘੁਲਣਸ਼ੀਲ ਹੁੰਦੇ ਆ ਜਾਂ ਫੈਟ ਦੇ ਵਿੱਚ ਸਟੋਰ ਹੋ ਕੇ ਰਹਿੰਦੇ ਆ, ਉਹ ਕਿਹੜੇ ਆ? ਫੈਟ ਸੋਲੇਬਲ। ਤੇ ਜਿਹੜੇ ਵਾਟਰ ਦੇ ਵਿੱਚ, ਪਾਣੀ ਦੇ ਵਿੱਚ ਘੁਲਣਸ਼ੀਲ ਹੁੰਦੇ ਆ, ਉਹਨਾਂ ਨੂੰ ਆਪਾਂ ਕਹਿੰਦੇ ਆ ਵਾਟਰ ਸੋਲੇਬਲ। ਤਾਂ ਹੁਣ ਇਹਨਾਂ ਦੇ ਵਿੱਚੋਂ ਤੁਸੀਂ ਦੇਖੋ ਕਿ ਫੈਟ ਸੋਲੇਬਲ ਕਿਹੜਾ ਵਿਟਾਮਿਨ ਆ? ਆਪਸ਼ਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਆ ਵਿਟਾਮਿਨ B, ਸੈਕਿੰਡ ਵਿਟਾਮਿਨ C, ਫਿਰ ਵਿਟਾਮਿਨ B12, ਵਿਟਾਮਿਨ K। ਇਹ B ਤੇ B12 ਇਹ ਦੋਨੋਂ B ਗਰੁੱਪ ਦੇ ਵਿਟਾਮਿਨਸ ਨੇ। B ਦਾ ਹੀ ਅੱਗੇ ਪਾਰਟ ਆ B12। B ਗਰੁੱਪ ਦੇ ਵਿੱਚ ਕਾਫੀ ਵਿਟਾਮਿਨਸ ਨੇ। B1 ਆ, B2 ਆ, B3 ਆ, B5 ਆ, B7 ਆ, B6 ਵੀ ਆ, B9 ਆ ਤੇ B12 ਆ। ਠੀਕ ਆ ਜੀ। ਹੁਣ ਗੱਲ ਕਰਦੇ ਆ ਕਿ ਫੈਟ ਸੋਲੇਬਲ ਕਿਹੜੇ-ਕਿਹੜੇ ਆ। ਆਪਾਂ ਫੈਟ ਸੋਲੇਬਲ ਦੇਖੀਏ ਤਾਂ ਜਿਹੜੇ ਵਿਟਾਮਿਨ ਆ A, ਉਸ ਤੋਂ ਬਾਅਦ D, E ਤੇ K, ਇਹ ਜਿਹੜੇ 4 ਆ, ਇਹ ਚਾਰੋਂ ਵਿਟਾਮਿਨਸ ਆ, ਇਹ ਫੈਟ ਸੋਲੇਬਲ ਆ। ਤੇ ਇਹਨਾਂ ਦੇ ਵਿੱਚੋਂ ਕਿਹੜਾ ਆ ਜੀ? K। ਸਿਰਫ ਤੇ ਸਿਰਫ K ਹੀ ਆ ਇਹਦੇ ਵਿੱਚ। C ਆ ਤੇ B ਤਾਂ ਦੋਨੇ B ਗਰੁੱਪ ਦੇ ਹੀ ਆ। ਤੇ ਇਹਦੀ ਸਹੀ ਆਪਸ਼ਨ ਕਿਹੜੀ ਹੋ ਜੂਗੀ? D ਆਪਸ਼ਨ ਇਹਦੀ ਸਹੀ ਆ। ਫੈਟ ਸੋਲੇਬਲ ਕਿਹੜਾ ਵਿਟਾਮਿਨ ਆ? ਵਿਟਾਮਿਨ K। ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੇ ਵੱਲ। ਵਿਚ ਆਫ ਦਾ ਫੋਲੋਇੰਗ ਵਿਟਾਮਿਨ ਇਜ਼ ਆਲਸੋ ਨੋਨ ਐਜ਼ ਕੋਬਲਾਮਿਨ? ਕਿਹੜਾ ਵਿਟਾਮਿਨ ਆ ਜਿਹਦਾ ਅਦਰ ਨੇਮ ਕੋਬਲਾਮਿਨ ਆ, ਜਾਂ ਜਿਹਨੂੰ ਕੋਬਲਾਮਿਨ ਵੀ ਕਿਹਾ ਜਾਂਦਾ ਆ, ਕੋਲੀਕੋਬਲਾਮਿਨ ਵੀ ਇਹਨੂੰ ਕਿਹਾ ਜਾਂਦਾ ਆ। ਤਾਂ B11 ਦੀ ਜੇਕਰ ਗੱਲ ਕਰੀਏ ਤਾਂ B11 ਵਿਟਾਮਿਨ ਹੈ ਹੀ ਨਹੀਂਗਾ, B ਗਰੁੱਪ ਦਾ ਟਾਈਪ ਹੈ ਹੀ ਨਹੀਂਗਾ B11।
ਉਸ ਤੋਂ ਬਾਅਦ B2 ਇਹਨੂੰ ਰਿਬੋਫਲੇਵਿਨ ਕਿਹਾ ਜਾਂਦਾ ਆ, B6 ਪੈਰੀਡੋਕਸਾਈਨ ਹੈ ਜੀ, ਤੇ B12 ਆ ਜਿਹੜਾ ਇਹਨੂੰ ਕੋਬਲਾਮਿਨ ਕਿਹਾ ਜਾਂਦਾ ਆ ਜਾਂ ਕੋਲੀਕੋਬਲਾਮਿਨ ਕਿਹਾ ਜਾਂਦਾ ਆ। ਤੇ ਇਹ ਕੰਮ ਕੀ ਕਰਦਾ ਆ, ਇਹ ਆਰਬੀਸੀ ਬਣਾਉਣ ਦੇ ਵਿੱਚ ਹੈਲਪ ਕਰਦਾ ਆ। ਉਸ ਤੋਂ ਬਾਅਦ ਅਗਲਾ ਕੁਐਸਚਨ ਆ, weakness in muscles and increase in the fragility of red blood cell is caused due to the, ਉਹ ਜਿਹੜਾ ਵਿਟਾਮਿਨ ਆ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਅਤੇ ਲਾਲ ਰਕਤਾਣੂਆਂ ਦੀ ਕਮਜ਼ੋਰੀ ਵਿੱਚ ਵਾਧਾ ਡੈਸ਼ ਦੇ ਕਾਰਨ ਹੁੰਦਾ ਆ। ਕਿਹੜੇ ਵਿਟਾਮਿਨ ਕਰਕੇ ਜਿਹੜੇ ਸਾਡੇ ਰੈੱਡ ਬਲੱਡ ਸੈੱਲ ਆ ਉਹ ਕਮਜ਼ੋਰ ਹੋਣ ਲੱਗ ਜਾਂਦੇ ਆ ਜਾਂ ਜਿਹੜਾ ਮਸਲਸ ਨੇ ਉਹ ਵੀਕ ਹੋਣ ਲੱਗ ਜਾਂਦੇ ਆ। ਤਾਂ ਆਪਸ਼ਨਾਂ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਆ ਵਿਟਾਮਿਨ ਈ, ਫਿਰ ਵਿਟਾਮਿਨ ਡੀ, ਵਿਟਾਮਿਨ ਸੀ ਤੇ ਵਿਟਾਮਿਨ ਏ। ਵਿਟਾਮਿਨ ਈ ਆ ਜਿਹੜਾ ਉਹ ਇਹਦੀ ਸਹੀ ਆਪਸ਼ਨ ਆ। ਇਹਦੇ ਕਰਕੇ ਆ ਜਿਹੜੇ ਸਾਡੇ ਰੈੱਡ ਬਲੱਡ ਸੈੱਲ ਆ ਉਹਨਾਂ ਦੇ ਵਿੱਚ ਕਮਜ਼ੋਰੀ ਆਉਣ ਲੱਗ ਜੂਗੀ ਤੇ ਸਾਡੇ ਜਿਹੜੇ ਮਸਲ ਆ ਉਹ ਵੀ ਵੀਕਨੈਸ, ਉਹਨਾਂ ਦੇ ਵਿੱਚ ਵੀ ਵੀਕਨੈਸ ਆਉਣ ਲੱਗ ਜੂਗੀ। ਜੇਕਰ ਵਿਟਾਮਿਨ ਡੀ ਦੀ ਗੱਲ ਕਰੀਏ ਤਾਂ ਵਿਟਾਮਿਨ ਡੀ ਕੰਮ ਕੀ ਕਰਦਾ ਆਪਣੀ ਬੋਡੀ ਦੇ ਵਿੱਚ, ਜੋ ਵੀ ਆਪਾਂ ਕੈਲਸ਼ੀਅਮ ਖਾਂਦੇ ਆ, ਕੈਲਸ਼ੀਅਮ ਨੂੰ ਅਬਜ਼ੌਰਪਸ਼ਨ ਕਰਨ ਦੇ ਲਈ ਤੇ ਉਹਦੀ ਕੰਜ਼ੰਪਸ਼ਨ ਦੇ ਲਈ, ਉਹਦਾ ਯੂਜ਼ ਕਰਨ ਦੇ ਲਈ ਵਿਟਾਮਿਨ ਡੀ ਸਾਡੀ ਬੋਡੀ ਦੇ ਵਿੱਚ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਜੇਕਰ ਵਿਟਾਮਿਨ ਡੀ ਨਹੀਂ ਹੋਊਗਾ ਤਾਂ ਕੈਲਸ਼ੀਅਮ ਆ ਜਿਹੜਾ ਉਹਨੂੰ ਸਾਡੀ ਬੋਡੀ ਯੂਜ਼ ਨਹੀਂ ਕਰ ਪਾਊਗੀ, ਜਿਹਦੇ ਕਰਕੇ ਸਾਨੂੰ ਕੈਲਸ਼ੀਅਮ ਦੇ ਨਾਲ ਰਿਲੇਟਡ ਜਿੰਨੀਆਂ ਵੀ ਬਿਮਾਰੀਆਂ ਆ ਉਹ ਹੁੰਦੀਆਂ ਆ। ਜਿਵੇਂ ਕਿ ਕੈਲਸ਼ੀਅਮ ਹੱਡੀਆਂ ਬਣਾਉਂਦਾ ਤਾਂ ਹੱਡੀਆਂ ਦੇ ਨਾਲ ਰਿਲੇਟਡ ਜਿੰਨੀਆਂ ਵੀ ਬਿਮਾਰੀਆਂ ਹੋਣਗੀਆਂ, ਓਸਟੀਓਪੋਰੋਸਿਸ ਹੋ ਗਿਆ, ਰੈਕੇਟ ਹੋ ਗਿਆ, ਤਾਂ ਉਹ ਸਾਰੀਆਂ ਬਿਮਾਰੀਆਂ ਇਹ ਵਿਟਾਮਿਨ ਕਰਕੇ ਆਉਣਗੀਆਂ। ਵਿਟਾਮਿਨ ਸੀ ਦੀ ਕਮੀ ਕਰਕੇ ਸਕਰਵੀ ਰੋਗ ਹੁੰਦਾ ਆ, ਤੇ ਵਿਟਾਮਿਨ ਏ ਦੀ ਕਮੀ ਕਰਕੇ ਸਾਨੂੰ ਅੱਖਾਂ ਦੇ ਨਾਲ ਰਿਲੇਟਡ ਜਿਹੜੀਆਂ ਬਿਮਾਰੀਆਂ ਆ, ਜ਼ੀਰੋ ਕਰਕੇ ਇੱਕ ਨਾਮ ਬਿਮਾਰੀ ਦਾ ਅੱਗੇ ਆ ਜੂਗੀ, ਉਹ ਵੀ ਆਪਾਂ ਪੜ੍ਹ ਲਾਂਗੇ, ਉਹ ਹੁੰਦੀ ਹੈ ਜੀ ਵਿਟਾਮਿਨ ਏ ਦੀ ਕਮੀ ਦੇ ਕਰਕੇ। ਉਸ ਤੋਂ ਬਾਅਦ ਅਗਲੇ ਕੁਐਸਚਨ ਦੀ ਜੇਕਰ ਗੱਲ ਕਰੀਏ ਤਾਂ ਇਹ ਕੁਐਸਚਨ ਕਹਿ ਰਿਹਾ ਸਾਇੰਟੀਫਿਕ ਨੇਮ ਆਫ ਵਿਟਾਮਿਨ ਕੇ। ਵਿਟਾਮਿਨ ਕੇ ਦਾ ਸਾਇੰਟੀਫਿਕ ਨੇਮ ਕੀ ਆ? ਇਹ ਕੁਐਸਚਨ ਮੈਂ ਜਾਣਬੁੱਝ ਕੇ ਰੱਖਿਆ ਆ ਕਿਉਂਕਿ ਜਿਹੜੇ ਮੈਂ ਵਿਟਾਮਿਨ ਕਰਾਏ ਆ ਉਹਦੇ ਵਿੱਚ ਵਿਟਾਮਿਨ ਕੇ ਦਾ ਨਾਮ ਜੋ ਮੈਂ ਕਰਵਾਇਆ ਆ ਉਹ ਇਹਦੇ ਚ ਲਿਖਿਆ ਨਹੀਂ ਹੋਇਆ। ਠੀਕ ਆ, ਤਾਂ ਹੁਣ ਕਈ ਚੀਜ਼ਾਂ ਇਹੋ ਜਿਹੀਆਂ ਆ ਜਾਂਦੀਆਂ ਕੁਐਸਚਨਸ ਦੇ ਵਿੱਚ ਜੋ ਕਿ ਆਪਾਂ ਨਹੀਂ ਕਰੀਆਂ ਹੁੰਦੀਆਂ, ਤਾਂ ਉਹਦਾ ਵੀ ਆਪਾਂ ਆਨਸਰ ਲੱਭ ਸਕਦੇ ਹਾਂ, ਕਿਸ ਤਰੀਕੇ ਨਾਲ ਲੱਭ ਸਕਦੇ ਹਾਂ ਉਹ ਮੈਂ ਤੁਹਾਨੂੰ ਦੱਸ ਸਕਾਂ, ਇਸ ਲਈ ਮੈਂ ਸਪੈਸ਼ਲੀ ਇਹ ਕੁਐਸਚਨ ਵਿੱਚ ਰੱਖਿਆ ਹੋਇਆ ਹੈ। ਤਾਂ ਐਸਕੋਰਬਿਕ ਐਸਿਡ ਆ ਜਿਹੜਾ, ਇਹ ਕਿਹਨੂੰ ਕਹਿੰਦੇ ਆ ਜੀ ਆਪਾਂ? ਵਿਟਾਮਿਨ ਸੀ ਨੂੰ ਕਹਿੰਦੇ ਆ। ਪੈਂਟੋਥੈਨਿਕ ਐਸਿਡ ਆ ਜਿਹੜਾ ਇਹ B5 ਆ, B5 ਦਾ ਨਾਮ ਆ। ਟੋਕਿਓਫੇਰੋਲ, ਇਹ ਆਪਾਂ ਹੁਣੇ ਪਿੱਛੇ ਕਰਕੇ ਆਏ ਆ। ਟੋਕਿਓਫੇਰੋਲ, ਟੋਕਿਓਫੇਰੋਲ ਕਿਹਨੂੰ ਕਹਿੰਦੇ ਆ ਜੀ? ਟੋਕਿਓਫੇਰੋਲ ਆਪਾਂ ਇੱਥੇ ਕਰਕੇ ਗਏ ਆ, ਜੇ ਤੁਸੀਂ ਧਿਆਨ ਦਿੱਤਾ ਹੋਵੇ ਤਾਂ। ਵਿਟਾਮਿਨ ਈ ਨੂੰ ਟੋਕਿਓਫੇਰੋਲ ਕਹਿੰਦੇ ਆ। ਹੁਣ ਚੱਲਦੇ ਆ ਜੀ ਉਹੀ ਕੁਐਸਚਨ ਤੇ। ਤਾਂ ਟੋਕਿਓਫੇਰੋਲ ਕਿਹੜਾ ਹੈ ਜੀ? ਵਿਟਾਮਿਨ ਈ ਆ। ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ, ਆਪਾਂ ਇਹ ਤਾਂ ਸਾਰੇ ਕਰੇ ਹੋਏ ਆ ਨਾਮ, ਐਸਕੋਰਬਿਕ ਐਸਿਡ ਵੀ ਕਰਿਆ ਹੋਇਆ, ਪੈਂਟੋਥੈਨਿਕ ਐਸਿਡ ਵੀ ਕਰਿਆ ਹੋਇਆ, ਟੋਕਿਓਫੇਰੋਲ ਵੀ ਕਰਿਆ ਹੋਇਆ। ਇਹ ਉਹਨਾਂ ਨੇ ਅਲੱਗ ਨਾਮ ਪਾਤਾ ਵਿਟਾਮਿਨ ਕੇ ਦਾ। ਆਪਾਂ ਨੇ ਵਿਟਾਮਿਨ ਕੇ ਦਾ ਜਿਹੜਾ ਨਾਮ ਕਰਿਆ ਉਹ ਕਿਹੜਾ ਕਰਿਆ? ਫੈਲੋਕੁਇਨੋਨ ਤੇ ਮੈਨੋਕੁਇਨੋਨ, ਉਹ ਨਾਮ ਕਰੇ ਸੀਗੇ, ਬਟ ਇਹਨਾਂ ਨੇ ਇੱਥੇ ਅਲੱਗ ਨਾਮ ਪਾਤਾ। ਤਾਂ ਆਪਾਂ ਨਹੀਂ ਪੜਿਆ, ਮੰਨ ਲਓ ਕੋਈ ਇਹੋ ਜਿਹੀ ਚੀਜ਼ ਆ ਗਈ ਜਿਹੜੀ ਆਪਾਂ ਨੇ ਨਹੀਂ ਪੜ੍ਹੀ, ਤਾਂ ਆਪਾਂ ਇਹ ਵੀ ਤਾਂ ਦੇਖ ਸਕਦੇ ਹਾਂ ਆਪਸ਼ਨਾਂ ਦੇ ਵਿੱਚ ਕਿ ਜਿਹੜੀ ਚੀਜ਼ ਪੜ੍ਹੀ ਆ, ਜਿਹੜੀ ਸਾਨੂੰ ਪਤਾ ਆ, ਇਹ ਹੁਣ ਸਾਨੂੰ ਪਤਾ ਹੈ ਕਿ ਐਸਕੋਰਬਿਕ ਐਸਿਡ ਆ ਜਿਹੜਾ ਉਹ ਵਿਟਾਮਿਨ ਸੀ ਆ, ਪੈਂਟੋਥੈਨਿਕ ਐਸਿਡ ਆ ਉਹ B5 ਆ, ਟੋਕਿਓਫੇਰੋਲ ਈ ਆ। ਤਾਂ ਜਿਹੜੀ ਆਪਸ਼ਨ ਬਚ ਗਈ ਆ ਉਹ ਆਪਸ਼ਨ ਠੀਕ ਹੋਊਗੀ। ਜੇ ਠੀਕ ਨਹੀਂ ਵੀ ਹੋਊਗੀ ਤਾਂ ਉਹਨਾਂ ਤੋਂ ਗਲਤੀ ਹੋਊਗੀ, ਕੋਈ ਹੋਰ ਗਲਤ ਨਾਮ ਪਾ ਦਿੱਤਾ ਹੋਊਗਾ, ਤਾਂ ਆਪਾਂ ਇਹਦੇ ਉੱਪਰ ਕਲੇਮ ਤਾਂ ਕਰ ਸਕਦੇ ਹਾਂ ਜੀ ਨੰਬਰ ਲੈਣ ਦੇ ਲਈ। ਤਾਂ ਇਹ ਵੀ ਇੱਕ ਮੈਥਡ ਆ ਕੁਐਸਚਨ ਨੂੰ ਹੱਲ ਕਰਨ ਦਾ। ਜ਼ਰੂਰੀ ਨਹੀਂ ਕਿ ਆਪਾਂ ਉਹੀ ਕੁਐਸਚਨ ਕਰ ਸਕਦੇ ਹਾਂ ਜਿਹਦੇ ਬਾਰੇ ਸਾਨੂੰ ਪਤਾ ਹੋਵੇ। ਜੇ ਨਹੀਂ ਵੀ ਪਤਾ, ਆਪਾਂ ਨੂੰ 3 ਚੀਜ਼ਾਂ ਦਾ ਪਤਾ ਆ, ਚੌਥੀ ਚੀਜ਼ ਦਾ ਨਹੀਂ ਪਤਾ, ਤਾਂ ਹੋਰ ਤਾਂ ਆਪਸ਼ਨ ਹੀ ਹੈ ਨਹੀਂ, ਇਹੀ ਆਪਸ਼ਨ ਹੋਊਗੀ। ਤਾਂ ਵਿਟਾਮਿਨ ਕੇ ਆ ਜਿਹੜਾ, ਇਹਨੂੰ ਇਹ ਨਾਮ ਨਾਲ ਵੀ ਜਾਣਿਆ ਜਾਂਦਾ ਫੈਟਨਾਡਿਓਨ। ਅੱਗੇ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਵੱਲ। ਦਿਸ ਪ੍ਰੋਵਾਈਡਸ ਦਾ ਗ੍ਰੇਟੈਸਟ એનર્ਜੀ ਵੈਲਿਊ ਪਰ ਗ੍ਰਾਮ ਆਫ ਨਿਊਟ੍ਰੀਐਂਟਸ। ਇਹਨਾਂ ਦੇ ਵਿੱਚੋਂ ਕਿਹੜਾ ਨਿਊਟ੍ਰੀਐਂਟਸ ਆ ਜਿਹੜਾ ਕਿ 1 ਗ੍ਰਾਮ ਦੇ ਮਗਰ ਸਾਨੂੰ ਵੱਧ ਤੋਂ ਵੱਧ ਗ੍ਰੇਟੈਸਟ એનર્ਜੀ ਪ੍ਰੋਵਾਈਡ ਕਰਾਉਂਦਾ, ਸਭ ਤੋਂ ਵੱਧ એનર્ਜੀ ਪ੍ਰੋਵਾਈਡ ਕਰਾਉਂਦਾ ਆ? ਉਹ ਕਿਹੜਾ ਨਿਊਟ੍ਰੀਐਂਟ ਆ ਇਹਦੇ ਚ?
जेकर आपां गल करिए पानी की, तो पानी तो सानू एनर्जी मिलती ही नहीं गी। ये होर साडे बॉडी दे विच बहुत सारे इसेंशियल रोल आ जिहड़े वो निभाउंदा आ, बट सानू एनर्जी तो नहीं दिंदा गा। तो एनर्जी सानू किहनां तो मिलती है जी, इन्हां तिन्नां तो मिलती आ। सब तो पहला साडी बॉडी एनर्जी यूज करती है कार्बोहाइड्रेट्स तो, फिर फैट तो, ते फिर प्रोटीन तो। पर यह क्वेश्चन की कह रहा है, क्वेश्चन कह रहा है कि सब तो वध एनर्जी 1 ग्राम सब तो वध एनर्जी किहदे च मिलूगी। जेकर आप प्रोटीन 1 ग्राम की गल करिए तो ये सानू 4 कैलोरीज मिलदियां आ, फैट की गल करिए तो 9 कैलोरीज मिलदियां आ, ते कार्बोहाइड्रेट्स च भी सानू 4 कैलोरीज मिलदियां आ। तो सब तो वध किहदे चों मिल रही आ, फैट दे विचों मिल रही आ, 9 कैलोरीज मिल रही आ। तो सही ऑप्शन की हो जूगी, फैट। फैट सानू सब तो वध एनर्जी प्रोवाइड करवाउंदा आ। अगले क्वेश्चन चलते हैं, कैलोरिक वैल्यूज फॉर प्रोटीन्स, कार्बोहाइड्रेट्स एंड फैट। जिहड़ा प्रोटीन आ, कार्बोहाइड्रेट आ ते फैट आ, इहदी कैलोरी वैल्यू की है, कैलोरीज की हुंदी आ, ये आपां कर चुके हैं। जेकर जिहड़े भी स्टूडेंट साडे नाल जुड़े हुए आ, जिन्हां ने क्लासेस लाइयां आ, उन्हां नूं पता है कि कैलोरीज की आ ते इहदी वैल्यू किवें मापी जांदी आ। हुण गल करते हैं जी प्रोटीन, कार्बोहाइड्रेट्स ते जिहड़ा फैट आ, इहदी कैलोरिक वैल्यू दी। तां तुसीं देखो हुणे आपां पिछले क्वेश्चन तुहानूं दस के हटे आ, इन्हां दी इह कैलोरिक वैल्यू आ कि 1 ग्राम के मगर यह 4 कैलोरीज देंदे आ, जिहड़ी फैट आ 9 कैलोरीज देंदी आ, कार्बोहाइड्रेट्स भी 4 कैलोरीज दिंदियां आ। तां हुण इहदे च देखो कि इहदे अकॉर्डिंग किहड़ा सीक्वेंस बन रहा है। 80 कैलोरीज, 40 कैलोरी, 100 कैलोरी, इन्नियां तो है ही नहीं आ। 5.6, 4.1, 9.45 जो दस्सिया आ उहदे हिसाब नाल तां इह भी ठीक नहीं गया। 100 कैलोरी, 5.68 कैलोरीज, 30 कैलोरीज, ये भी नहीं है जी। जे यदि गल करिए 4.68 कैलोरीज, 50 कैलोरीज, 80 कैलोरीज, तो ये भी नहीं है। तो जो मिलता जुलता आ वो यह आ, जिहड़ी आपां पिछले क्वेश्चन की जेकर गल करिए, ये तुहानूं जो दस्सिया गया आ, ये एवरेज आ, ये एवरेज आ, बिल्कुल एक्यूरेट नहीं गी। जां जो साडी बॉडी कंजप्शन करती है आपां वो कह सकते हैं। बट जो इत्थे इन्हां ने वैल्यू लिखी आ, सब तो पहला प्रोटीन की इन्हां ने लिखती है जी 5.65 कैलोरीज। बट आपां बुक्स विच भी देखिए जां किधरे भी देखोगे, तुहानूं प्रोटीन की जिहड़ी कैलोरीज आ वो कितनियां मिलणगीਆਂ, 4 कैलोरीज ही मिलूगी। इहदी वैल्यू आ जिहड़ी 1 ग्राम के मगर 4 कैलोरी ही मिलूगी। बट जिहड़े बच्चों ने क्लास लाई है उन्होंने पता होगा कि 5.65 कैलोरीज कित्थे मिलदियां आ। तो मैं दसदा ये जिहड़ी कैलोरीज हैगियां आ 5.65, सब तो पहला जिहड़ा प्रोटीन आ, कार्बोहाइड्रेट्स ते फैट आ, ये किहड़े-किहड़े एलीमेंट्स तो मिलके बनदा आ। जेकर आपां फैट की गल करिए, जेकर आपां सब तो पहला कार्बोहाइड्रेट्स की गल करते हैं जी, उस तो बाद फैट की गल, फिर प्रोटीन। तो ये की है जी, कार्बोहाइड्रेट्स किहदे तो मिलके बनया होया आ, कार्बन तो, ऑक्सीजन तो ते हाइड्रोजन तो। हाइड्रोजन नाल इन्हां तो मिलके बनता आ। सेम फैट भी इन्हां चीज़ों तो ही मिलके बनती आ। बट जिहड़ा प्रोटीन आ उहदे विच इह एलीमेंट भी हुंदे आ, नाल होर की हुंदा आ, उहदे नाइट्रोजन उहदे नाल मिक्स हुंदी आ। ते नाइट्रोजन की जिहड़ी यूज आ जां उहदी कंजप्शन आ, साडी बॉडी नहीं करती, तो उहनूं यूरिया के राही बाहर कढ़ दिंदी आ। यूरिया बना के साडे यूरिन के राही बाहर कढ़ दिंदी आ। बट जे एक्सैस दे विच इहनूं लवांगे तो नाइट्रोजन आ जिहड़ी वो कन्वर्ट किहदे च हुंदी आ, यूरिक एसिड दे विच कन्वर्ट हुंदी आ। बट जेकर यही कैलोरीज नूं, ये हुण जिहड़े कंपोनेंट ने इहदे विच नाइट्रोजन आ, इहनूं जदों बॉम्ब कैलीमेट्री, कैलीमेट्री मतलब कि जिहदे विच कैलोरीज नूं मापदे आ असीं, वो एक जो मैथड आ, वो मैथड दे राही जदों मापदे आ, तो इहदी जिहड़ी कैलोरीज निकल के आउंदियां आ, वो कितनियां निकल के आउंदियां आ, वो 5.65 निकल के आउंदियां आ। इसलिए इत्थे इन्हां ने 4 ने लिखिया होया, वध लिखिया होया आ। उस तो बाद हुण जेकर इहदे आंसर की गल करिए तो आंसर इहदा की होऊगा जी, आंसर इहदा बी होऊगा। क्यों होऊगा, किवें होया, वो मैं तुहानूं दसदा गा। ये जिहड़ी वैल्यूज आ, ये बिल्कुल एक्यूरेट वैल्यू लिखी हुई आ, इसलिए थोड़ी बहुत उपर 4.1 ते 4 दे विच कोई ज़्यादा अंतर नहीं गा। इसलिए नॉर्मली 4 कैलोरीज कह दित्तियां जांदियां कार्बोहाइड्रेट्स दियां ते 9 कैलोरीज कह दित्तियां जांदियां फैट दियां। अगे नैक्सट क्वेश्चन की गल करते हैं जी, what is the sequence in which organic compounds are used by the body during
ਪ੍ਰੋਲੋਂਗ ਫਾਸਟਿੰਗ, ਜਦੋਂ ਲੰਮੇ ਸਮੇਂ ਤੱਕ ਅਸੀਂ ਫਾਸਟ ਰੱਖਦੇ ਹਾਂ, ਭੁੱਖੇ ਰਹਿੰਦੇ ਹਾਂ, ਤਾਂ ਕਿਹੜੇ ਸੀਕੁਐਂਸ ਦੇ ਵਿੱਚ ਸਾਡੀ ਜਿਹੜੀ ਬੋਡੀ ਆ ਉਹ એનર્ਜੀ ਨੂੰ ਯੂਜ਼ ਕਰਦੀ ਆ। ਤਾਂ ਪਹਿਲੀ ਆਪਸ਼ਨ ਦੇਖੀਏ ਤਾਂ ਇਹਨਾਂ ਨੇ ਕੀ ਲਿਖਿਆ ਜੀ, ਕਾਰਬੋਹਾਈਡਰੇਟਸ ਫਰਸਟ, ਪ੍ਰੋਟੀਨ ਦੈਨ ਲਿਪਿਡ। ਲਿਪਿਡ ਫੈਟ ਨੂੰ ਹੀ ਕਿਹਾ ਜਾਂਦਾ ਆ। ਲਿਪਿਡ ਦਾ ਮਤਲਬ ਕੀ ਆ, ਫੈਟ ਹੀ ਆ ਜੀ। ਉਸ ਤੋਂ ਬਾਅਦ ਸੈਕਿੰਡ ਆਪਸ਼ਨ ਦੀ ਗੱਲ ਕਰਦੇ ਹਾਂ, ਕਾਰਬੋਹਾਈਡਰੇਟਸ ਫਰਸਟ, ਫਿਰ ਲਿਪਿਡ ਦੈਨ ਪ੍ਰੋਟੀਨ। ਉਸ ਤੋਂ ਬਾਅਦ ਜੇਕਰ ਸੀ ਦੀ ਗੱਲ ਕਰੀਏ, ਪ੍ਰੋਟੀਨ, ਲਿਪਿਡ, ਫਿਰ ਕਾਰਬੋਹਾਈਡਰੇਟਸ। ਡੀ ਦੀ ਗੱਲ ਕਰੀਏ ਤਾਂ ਫੈਟ ਫਰਸਟ ਕਹਿ ਰਹੇ ਆ, ਫਿਰ ਕਾਰਬੋਹਾਈਡਰੇਟਸ ਕਹਿ ਰਹੇ ਆ, ਫਿਰ ਪ੍ਰੋਟੀਨ ਕਹਿ ਰਹੇ ਆ। ਹੁਣ ਪ੍ਰੋਟੀਨ ਦਾ ਜੇਕਰ ਆਪਾਂ ਗੱਲ ਕਰੀਏ ਤਾਂ ਪ੍ਰੋਟੀਨ ਦਾ ਮੇਨ ਕੰਮ ਕੀ ਆ, ਸਭ ਤੋਂ ਮੇਨ ਜਿਹੜਾ ਪ੍ਰਾਇਮਰੀ ਕੰਮ ਕੀ ਆ, ਉਹ ਕੰਮ ਇਹਦਾ ਆ ਬਿਲਡਿੰਗ ਬਲੋਕਰਸ ਦਾ। ਸਾਡੀ ਬੋਡੀ ਨੂੰ ਬਣਾਉਣਾ, ਸਾਡੇ ਸੈਲਸ ਦਾ ਨਿਰਮਾਣ ਕਰਨਾ, ਉਹ ਇਹਦਾ ਮੇਨ ਕੰਮ ਆ ਪ੍ਰੋਟੀਨ ਦਾ। ਤੇ ਜੇਕਰ ਕਾਰਬੋਹਾਈਡਰੇਟਸ ਦੀ ਗੱਲ ਕਰੀਏ ਤਾਂ ਕਾਰਬੋਹਾਈਡਰੇਟਸ ਦਾ ਮੇਨ ਕੰਮ ਕੀ ਆ, ਇਹਦਾ ਇੱਕੋ ਇੱਕ ਮੇਨ ਕੰਮ ਆ ਕਿ ਸਾਡੀ ਬੋਡੀ ਨੂੰ એનર્ਜੀ ਦੇਣਾ। ਸਭ ਤੋਂ ਪ੍ਰਾਇਮਰੀ ਜਿਹੜਾ ਕੰਮ ਆ, ਸਭ ਤੋਂ ਮੇਨ ਕੰਮ ਆ, ਉਹ ਸਾਡੀ ਬੋਡੀ ਨੂੰ એનર્ਜੀ ਦੇਣਾ ਆ। ਫੈਟ ਹੈ ਜੀ, ਫੈਟ ਆ ਜਿਹੜੀ, ਇਹ ਵੀ ਸਾਡੀ ਬੋਡੀ ਨੂੰ એનર્ਜੀ ਦਿੰਦੀ ਆ, ਬਟ ਨਾਲ ਦੀ ਨਾਲ ਹੀ ਇਹ ਸਾਡੇ ਜਿਹੜੇ ਆਰਗਨਸ ਆ ਉਹਨਾਂ ਨੂੰ ਸ਼ੌਕ ਤੋਂ ਬਚਾਉਂਦੀ ਆ, ਹੋਰ ਵੀ ਕਈ ਤਰ੍ਹਾਂ ਦੇ ਇਹ ਰੋਲ ਅਦਾ ਕਰਦੀ ਆ। ਤੇ ਕਾਰਬੋਹਾਈਡਰੇਟਸ ਆ ਜਿਹੜੀ, ਇਹ ਸਭ ਤੋਂ ਜਲਦੀ ਤੇ ਸਭ ਤੋਂ ਜ਼ਿਆਦਾ એનર્ਜੀ ਦਿੰਦੀ ਆ ਸਾਡੀ ਬੋਡੀ ਨੂੰ। ਜਲਦੀ ਤੇ ਜ਼ਿਆਦਾ ਕਹਿਣ ਤੋਂ ਭਾਵ ਕਾਰਬੋਹਾਈਡਰੇਟਸ ਆ ਜਿਹੜੇ ਅਸੀਂ ਜ਼ਿਆਦਾ ਯੂਜ਼ ਕਰਦੇ ਆ, ਜ਼ਿਆਦਾ ਇਨਟੇਕ ਕਰਦੇ ਆ, ਇਸ ਲਈ ਜ਼ਿਆਦਾ એનર્ਜੀ ਦਿੰਦੀ ਆ। ਉੱਦਾਂ ਫੈਟ ਦੇ ਵਿੱਚੋਂ 9 ਕੈਲਰੀਜ਼ ਮਿਲਣਗੀਆਂ, ਇਹਦੇ ਵਿੱਚ 4 ਹੀ ਮਿਲਣਗੀਆਂ। ਤਾਂ ਇਹਦੇ ਵਿੱਚ ਹੁਣ ਤੁਸੀਂ ਸੀਕੁਐਂਸ ਦੇਖੋ, ਜੇਕਰ ਸਭ ਤੋਂ ਜਲਦੀ ਕਾਰਬੋਹਾਈਡਰੇਟਸ ਦੇ ਰਹੀ ਆ એનર્ਜੀ, ਤਾਂ ਬੋਡੀ ਕਿਹਨੂੰ ਯੂਜ਼ ਕਰੂਗੀ? ਆਪਾਂ ਸਭ ਤੋਂ ਪਹਿਲਾਂ ਸਖਾਲਾ ਕੰਮ ਕਰਦੇ ਆ, ਔਖਾ ਕੰਮ ਨਹੀਂ ਕਰਦੇਗੇ। ਤਾਂ ਸਭ ਤੋਂ ਸੌਖਾ ਕੰਮ ਜੇਕਰ એનર્ਜੀ ਲੈਣ 'ਚ ਹੈਗਾ ਆ ਤਾਂ ਕਿਹਦੇ ਤੋਂ ਆ? ਉਹ ਕਾਰਬੋਹਾਈਡਰੇਟਸ ਤੋਂ ਆ। ਤਾਂ ਸਭ ਤੋਂ ਪਹਿਲਾਂ ਕਾਰਬੋਹਾਈਡਰੇਟਸ ਆਉਣਗੇ। ਤਾਂ ਕਿਹੜੀ ਆਪਸ਼ਨ ਆ ਜਿਹਦੇ 'ਚ ਕਾਰਬੋਹਾਈਡਰੇਟਸ ਪਹਿਲਾਂ ਆ? ਉਹ ਆਪਸ਼ਨਾਂ ਦੋ ਹੀ ਨੇ, ਏ ਤੇ ਬੀ। ਠੀਕ ਹੈ ਜੀ। ਉਸ ਤੋਂ ਬਾਅਦ ਲਿਪਿਡ ਜਾਂ ਪ੍ਰੋਟੀਨ, ਜਾਂ ਇਹ ਕੀ ਕਹਿ ਰਹੇ, ਪ੍ਰੋਟੀਨ ਤੇ ਲਿਪਿਡ। ਹੁਣ ਪ੍ਰੋਟੀਨ ਦਾ ਮੇਨ ਕੰਮ ਕੀ ਆ? ਇਹਦਾ ਮੇਨ ਕੰਮ ਆ ਸਾਡੀ ਬੋਡੀ ਨੂੰ ਬਣਾਉਣਾ, ਸਾਡੇ ਸੈੱਲ ਬਣਾਉਣਾ। ਤਾਂ ਇਹਦਾ ਮੇਨ ਕੰਮ ਤਾਂ ਉਹ ਆ, એનર્ਜੀ ਤਾਂ ਲੈ ਲੈਂਦੀ ਆ ਬੋਡੀ ਇਹਦੇ ਤੋਂ, ਕਿਉਂਕਿ ਜੇ ਲੋਡ ਪੈ ਜੇ ਤਾਂ ਆਪਾਂ ਇਹਦੇ ਤੋਂ ਵੀ એનર્ਜੀ ਲੈਂਦੇ ਆ, ਜਾਂ ਥੋੜੀ ਬਹੁਤ ਕੁਝ ਕੁ ਪਰਸੈਂਟ ਇਹਦੇ ਤੋਂ ਆਪਾਂ એનર્ਜੀ ਲੈਂਦੇ ਆ। ਤਾਂ ਪ੍ਰੋਟੀਨ ਲਾਸਟ ਤੇ ਆਊਗਾ। ਪ੍ਰੋਟੀਨ ਲਾਸਟ ਤੇ ਆ, ਵਿਚਾਲੇ ਕੀ ਹੈ ਜੀ? ਫੈਟ ਆ। ਤਾਂ ਸੀਕੁਐਂਸ ਕੀ ਹੋਊਗਾ? ਸੀਕੁਐਂਸ ਹੋਊਗਾ, ਸਭ ਤੋਂ ਪਹਿਲਾਂ ਅਸੀਂ એનર્ਜੀ ਲਵਾਂਗੇ ਕਾਰਬੋਹਾਈਡਰੇਟਸ ਤੋਂ। ਜਦੋਂ ਅਸੀਂ ਭੁੱਖੇ ਰਵਾਂਗੇ, ਸਭ ਤੋਂ ਪਹਿਲਾਂ ਅਸੀਂ એનર્ਜੀ ਲਵਾਂਗੇ ਕਾਰਬੋਹਾਈਡਰੇਟਸ ਤੋਂ। ਜਦੋਂ ਸਾਡੀ ਬੋਡੀ ਦੇ ਵਿੱਚੋਂ ਕਾਰਬੋਹਾਈਡਰੇਟਸ ਖਤਮ ਹੋ ਜਾਣਗੇ, ਫਿਰ ਸਾਡੀ ਬੋਡੀ એનર્ਜੀ ਲਊਗੀ ਜੀ ਫੈਟ ਤੋਂ। ਜਦੋਂ ਫੈਟ ਬਿਲਕੁਲ ਖਤਮ ਹੋ ਜੂਗੀ ਸਾਡੀ ਬੋਡੀ ਦੇ ਵਿੱਚ, ਤਾਂ ਸਾਡੀ ਜਿਹੜੀ ਬੋਡੀ ਆ એનર્ਜੀ ਕਿਹਦੇ ਤੋਂ ਲਊਗੀ? ਪ੍ਰੋਟੀਨ। ਤੇ ਪ੍ਰੋਟੀਨ ਕਿੱਥੇ ਆ? ਸਾਡੇ ਮਸਲਸ ਕਿਹਦੇ ਤੋਂ ਬਣੇ ਆ? ਪ੍ਰੋਟੀਨ ਤੋਂ ਬਣੇ ਆ। ਮਤਲਬ ਕਿ ਜਦੋਂ ਤੁਸੀਂ ਭੁੱਖੇ ਰਹਿ ਰਹੇ ਹੋ, ਬਹੁਤ ਜ਼ਿਆਦਾ ਦਿਨ ਹੋ ਗਏ ਆ ਤੁਸੀਂ ਭੁੱਖੇ ਹੋ, ਤਾਂ ਉਹਨਾਂ ਦਿਨਾਂ ਦੇ ਵਿੱਚ ਸਾਡੀ ਜਿਹੜੀ ਬੋਡੀ ਆ ਸਾਡੇ ਮਸਲਸ ਨੂੰ ਖੋਰ ਕੇ ਉਹਨਾਂ ਤੋਂ એનર્ਜੀ ਲੈਣ ਲੱਗ ਜੂਗੀ, ਪ੍ਰੋਟੀਨ ਤੋਂ એનર્ਜੀ ਲੈਣ ਲੱਗ ਜੂਗੀ। ਮਤਲਬ ਕਿ ਰੱਬ ਦਾ ਨਾਮ ਧਿਆ ਲਓ ਵੀ ਟਾਈਮ ਆ ਗਿਆ ਹੁਣ। ਜਦੋਂ ਪ੍ਰੋਟੀਨ ਤੋਂ ਆਪਾਂ એનર્ਜੀ ਲੈਣ ਲੱਗ ਗਏ, ਫੁੱਲੀ ਪ੍ਰੋਟੀਨ ਦੇ ਉੱਪਰ ਡਿਪੈਂਡ ਹੋ ਗਏ, ਤਾਂ ਟਾਈਮ ਆ ਗਿਆ, ਸਮਝ ਲਿਓ। ਜਿਵੇਂ ਕਿ ਇੱਕ ਹੋਰ ਐਗਜ਼ਾਮਪਲ ਦਿੰਨੇ ਆ, ਬਰਫੀਲੇ ਭਾਲੂ ਦੇਖੇ ਹੋਣਗੇ ਤੁਸੀਂ, ਬਰਫ਼ 'ਚ ਰਹਿੰਦੇ ਆ। ਉੱਥੇ ਜਿਹੜਾ ਮੌਸਮ ਹੁੰਦਾ ਹੈ ਹੁਣ ਬਰਫ਼ ਦੇ ਵਿੱਚ, ਜਦੋਂ ਗਰਮੀਆਂ ਆਉਂਦੀਆਂ ਆ ਉਦੋਂ ਥੋੜਾ ਬਹੁਤ ਪਾਣੀ ਪਿਘਲਦਾ ਸਮੁੰਦਰ ਦਾ, ਤੇ ਉੱਥੋਂ ਉਹ ਮੱਛੀਆਂ ਖਾ ਲੈਂਦੇ ਆ। ਬਹੁਤ ਸਾਰੀਆਂ ਐਕਸੈਸ ਦੇ ਵਿੱਚ ਮੱਛੀਆਂ ਖਾਂਦੇ ਰਹਿਣਗੇ ਤੇ ਫੈਟ ਨੂੰ ਸਟੋਰ ਕਰਦੇ ਰਹਿਣਗੇ। ਉਹੀ ਫੈਟ ਆ ਜਿਹੜੀ, ਉਹ ਉਹਨਾਂ ਦੇ ਜਦੋਂ ਬਰਫ਼ ਜੰਮ ਜੂਗੀ ਸਰਦੀਆਂ ਦੇ ਵਿੱਚ, ਫਿਰ ਦੁਬਾਰਾ ਬਰਫ਼ ਜੰਮ ਗਈ ਆ ਜੀ, ਤਾਂ ਉਹੀ ਫੈਟ ਤੋਂ ਉਹ એનર્ਜੀ ਲੈਂਦੇ ਰਹਿਣਗੇ। ਉਹਨੂੰ ਸਟੋਰ ਕਰਕੇ ਕਿਹਦੇ 'ਚ ਰੱਖਿਆ ਹੋਇਆ? એનર્ਜੀ ਨੂੰ ਫੈਟ ਦੇ ਵਿੱਚ। ਤੇ 6-6 ਮਹੀਨੇ ਬਿਨਾਂ ਕੁਝ ਖਾਦੇ ਉਹ ਯੂਜ਼ ਕਰ ਲੈਂਦੇ ਆ ਉਸ ਫੈਟ ਨੂੰ। ਕਲੀਅਰ ਹੈ ਜੀ। ਤਾਂ ਜਿਹੜੀ ਸਾਡੀ એનર્ਜੀ ਸੇਵ ਕਰਦੇ ਆ, ਉਹ ਅਸੀਂ ਫੈਟ ਦੇ ਵਿੱਚ ਕਰਦੇ ਆ। ਕਾਰਬੋਹਾਈਡਰੇਟ ਸਾਡੀ ਬੋਡੀ ਦੇ ਵਿੱਚ ਬਹੁਤ ਘੱਟ ਮਾਤਰਾ ਦੇ ਵਿੱਚ ਸੇਵ ਹੁੰਦੇ ਆ, ਬਾਹਲੀ ਮਾਤਰਾ 'ਚ ਅਸੀਂ ਸੇਵ ਨਹੀਂ ਕਰ ਸਕਦੇ ਇਹਨਾਂ ਨੂੰ। ਤੇ ਜਿਹੜੇ ਪ੍ਰੋਟੀਨ ਆ, ਉਹ ਵੀ ਸਾਡੀ ਬੋਡੀ ਦੇ ਵਿੱਚ ਸੇਵ ਨਹੀਂ ਹੁੰਦੇ। ਇਸ ਲਈ ਜਿਹੜਾ ਪ੍ਰੋਟੀਨ ਆ, ਜਿਹੜੇ ਬੋਡੀ ਬਿਲਡਰਸ ਨੇ ਜਾਂ ਕੋਈ ਵੀ ਜਿਮ ਜਾ ਰਿਹਾ ਜਾਂ ਹੈਲਥ ਦੇ ਨਾਲ ਜਿਹਨੂੰ ਮਸਲ ਮਾਸ ਵਧਾਉਣਾ ਆ, ਤਾਂ ਉਹ ਡੇਲੀ ਰਿਕੁਆਇਰਮੈਂਟ ਦੇ ਅਕੋਰਡਿੰਗ ਪ੍ਰੋਟੀਨ ਵਾਰ-ਵਾਰ ਖਾਂਦੇ ਰਹਿੰਦੇ ਆ। 4 ਘੰਟਿਆਂ ਬਾਅਦ ਪ੍ਰੋਟੀਨ ਲੈ ਲਿਆ, 3 ਘੰਟਿਆਂ ਬਾਅਦ ਪ੍ਰੋਟੀਨ ਲੈ ਲਿਆ, ਜੋ ਕੁਝ ਖਾ ਲੈਂਦੇ ਆ ਪ੍ਰੋਟੀਨ ਵਾਲੀ ਚੀਜ਼। ਅੱਗੇ ਚੱਲਦੇ ਆ ਜੀ। ਨੈਕਸਟ ਕੁਐਸਚਨ ਆ, ਵਿਚ ਆਫ ਥੀਸ ਇਜ਼ ਨੋਟ ਅ ਲਿਪਿਡ? ਇਹਨਾਂ 4 ਆਪਸ਼ਨਾਂ ਦੇ ਵਿੱਚੋਂ ਲਿਪਿਡ ਕਿਹੜੀ ਨਹੀਂ ਆ? ਲਿਪਿਡ ਕੀ ਹੁੰਦੀ ਆ? ਫੈਟ ਨੂੰ ਹੀ ਲਿਪਿਡ ਕਿਹਾ ਜਾਂਦਾ ਆ। ਫੈਟ ਨੂੰ ਲਿਪਿਡ ਕਿਹਾ ਜਾਂਦਾ ਆ। ਤਾਂ ਫੈਟ ਤਾਂ ਲਿਖੀ ਹੋਈ ਆ, ਤਾਂ ਫੈਟ ਹੀ ਆ ਜੀ। ਉਸ ਤੋਂ ਬਾਅਦ ਆਇਲਸ, ਜਿੰਨੇ ਵੀ ਆਇਲਸ ਆ ਉਹਦੇ ਵਿੱਚ ਫੈਟ ਭਰਪੂਰ ਮਾਤਰਾ 'ਚ ਹੁੰਦੀ ਆ। ਪ੍ਰੋਟੀਨਸ, ਉਸ ਤੋਂ ਬਾਅਦ ਵੈਕਸਿਸ।
ਹੁਣ ਪ੍ਰੋਟੀਨ ਤੇ ਫੈਟ ਤਾਂ ਅਲੱਗ-ਅਲੱਗ ਚੀਜ਼ਾਂ ਨੇ, ਤਾਂ ਸਿੱਧਾ ਸ਼ਰੇਆਮ ਹੀ ਪਤਾ ਲੱਗ ਰਿਹਾ ਕਿ ਪ੍ਰੋਟੀਨ ਲਿਖਿਆ ਹੋਇਆ ਆ, ਤਾਂ ਜਿਹੜੀ ਪ੍ਰੋਟੀਨ ਆ ਇਹ ਫੈਟ ਨਹੀਂ ਹੈਗੀ, ਤਾਂ ਇਹਦੀ ਸਹੀ ਆਪਸ਼ਨ ਕੀ ਆ ਜੀ, ਪ੍ਰੋਟੀਨ। ਵੈਕਸ ਆ, ਅਲੱਗ-ਅਲੱਗ ਤਰ੍ਹਾਂ ਦੀ ਅਲੱਗ-ਅਲੱਗ ਟਾਈਪ ਦੀ ਵੈਕਸਿਸ ਹੁੰਦੀਆਂ ਆ, ਤਾਂ ਇਹ ਕਿਹਦਾ ਟਾਈਪ ਆ, ਇਹ ਵੀ ਇਹਦੇ ਵਿੱਚ ਵੀ ਫੈਟ ਹੀ ਹੁੰਦੀ ਆ, ਫੈਟ ਦਾ ਹੀ ਪਾਰਟ ਆ ਇਹ। ਅਗਲੇ ਕੁਐਸਚਨ ਵੱਲ ਚੱਲਦੇ ਹਾਂ ਜੀ। ਮਾਲਟੋਜ਼ ਇਜ਼ ਅ ਡਾਈਸਕਰਾਈਡ ਆਫ, ਡਾਈਸਕਰਾਈਡ, ਮੋਨੋਸਕਰਾਈਡ, ਡਾਈਸਕਰਾਈਡ, ਓਲੀਗੋਸਕਰਾਈਡ ਤੇ ਪੋਲੀਸਕਰਾਈਡਸ। ਇਹ ਆਪਾਂ ਕਾਰਬੋਹਾਈਡਰੇਟਸ ਦੇ ਵਿੱਚ ਕਰੇ ਆ ਜੀ, ਅੱਗੇ ਉਹਦੇ ਟਾਈਪ ਕਰੇ ਆ। ਆਪਾਂ ਦੋ ਤਰ੍ਹਾਂ ਦੇ ਟਾਈਪ ਕਰੇ ਸੀਗੇ, ਸਿੰਪਲ ਕਾਰਬੋਹਾਈਡਰੇਟਸ ਤੇ ਕੰਪਲੈਕਸ। ਸਿੰਪਲ ਦੇ ਵਿੱਚ ਕਿਹੜੇ ਆਉਂਦੇ ਆ ਤੇ ਅੱਗੇ ਕੰਪਲੈਕਸ ਦੇ ਵਿੱਚ ਕਿਹੜੇ ਆਉਂਦੇ ਆ, ਇਹ ਆਪਾਂ ਕਰ ਚੁੱਕੇ ਆ। ਤਾਂ ਇਹ ਕੀ ਪੁੱਛ ਰਿਹਾ, ਮਾਲਟੋਜ਼ ਇਜ਼ ਅ ਡਾਈਸਕਰਾਈਡ, ਮਾਲਟੋਜ਼ ਆ ਜਿਹੜਾ ਇਹ ਡਾਈਸਕਰਾਈਡ ਆ। ਹੁਣ ਡਾਈਸਕਰਾਈਡ ਹੁੰਦੇ ਕਿਹੜੇ ਆ, ਡਾਈਸਕਰਾਈਡ ਹੁੰਦੇ ਆ ਜਿਹਦੇ ਵਿੱਚ ਸ਼ੂਗਰ ਦੇ ਦੋ ਮੋਲੀਕਿਊਲ ਮਿਲਦੇ ਆ, ਇੱਕ ਨਹੀਂਗਾ, ਦੋ ਮੋਲੀਕਿਊਲ ਹੁੰਦੇ ਆ, ਉਹ ਦੋ ਮੋਲੀਕਿਊਲ ਮਿਲਦੇ ਆ, ਤਾਂ ਉਹਨੂੰ ਕਹਿੰਦੇ ਆ ਜੀ ਡਾਈਸਕਰਾਈਡ। ਦੋ ਮੋਲੀਕਿਊਲ ਤੋਂ ਮਿਲ ਕੇ ਜੋ ਬਣਦਾ ਆ ਉਹ ਡਾਈਸਕਰਾਈਡਸ ਹੁੰਦੇ ਆ। ਮੋਨੋਸਕਰਾਈਡਸ ਹੁੰਦੇ ਆ ਜਿਨ੍ਹਾਂ 'ਚ ਇੱਕ ਹੀ ਮੋਲੀਕਿਊਲ ਹੁੰਦਾ ਆ, ਤੇ ਜਿਹੜੇ ਓਲੀਗੋਸਕਰਾਈਡ ਹੁੰਦੇ ਆ 2 ਤੋਂ 10, ਕਈ ਬੁੱਕਸ ਦੇ ਵਿੱਚ 3 ਤੋਂ 12 ਜਾਂ 15 ਵੀ ਲਿਖੇ ਹੋਏ ਆ, ਤਾਂ ਉਹ ਜਿਹੜੇ ਹੁੰਦੇ ਆ 3 ਤੋਂ 15 ਲਾ ਲਓ ਜਾਂ 3 ਤੋਂ 12, 3 ਤੋਂ 10 ਜਿਹੜੇ ਮੋਲੀਕਿਊਲ ਮਿਲਦੇ ਆ ਉਹਨੂੰ ਓਲੀਗੋਸਕਰਾਈਡ ਕਹਿੰਦੇ ਆ। ਤੇ ਪੋਲੀਸਕਰਾਈਡ 10 ਤੋਂ ਉੱਪਰ ਅਲੱਗ-ਅਲੱਗ ਬੁੱਕਸ ਦੇ ਅਕੋਰਡਿੰਗ ਆ, ਮੇਨ ਜੇ ਮੰਨੀਏ ਤਾਂ ਆਪਾਂ 12 ਮੰਨ ਕੇ ਐਵਰੇਜ ਮੰਨ ਲਓ, 12 ਤੋਂ ਉੱਪਰ ਜਿੰਨੇ ਮਰਜ਼ੀ ਹੋਣ ਤਾਂ ਉਹਨੂੰ ਪੋਲੀਸਕਰਾਈਡ ਕਹਿੰਦੇ ਆ, ਪੋਲੀਸਕਰਾਈਡ ਸੌਰੀ। ਤਾਂ ਇਹਦੀਆਂ ਹੁਣ ਆਪਸ਼ਨਸ ਨੇ ਜੀ, ਆਪਾਂ ਇਹ ਦੱਸਣਾ ਆ ਕਿ ਮਾਲਟੋਜ਼ ਆ ਜਿਹੜਾ ਇਹ ਡਾਈਸਕਰਾਈਡ ਤਾਂ ਹੈਗਾ ਆ, ਉਹ ਕਿਹੜੇ-ਕਿਹੜੇ ਮੋਨੋਸਕਰਾਈਡਸ ਤੋਂ ਮਿਲ ਕੇ ਬਣਿਆ ਹੋਇਆ। ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਫਰਕਟੋਜ਼ ਐਂਡ ਗਲੂਕੋਜ਼, ਇਹਨਾਂ ਦੋਨਾਂ ਨੂੰ ਜੇਕਰ ਮਿਲਾ ਦਈਏ ਫਰਕਟੋਜ਼ ਤੇ ਗਲੂਕੋਜ਼ ਨੂੰ, ਤਾਂ ਇਹ ਕੀ ਬਣਦਾ ਹੈ ਜੀ, ਇਹ ਬਣਦਾ ਹੈ ਸੁਕਰੋਜ਼। ਇਹ ਕੀ ਬਣੂਗਾ, ਇਹ ਬਣੂਗਾ ਸੁਕਰੋਜ਼। ਉਸ ਤੋਂ ਬਾਅਦ ਜੇਕਰ ਗੱਲ ਕਰੀਏ ਗਲੂਕੋਜ਼ ਐਂਡ ਗਲੂਕੋਜ਼, ਗਲੂਕੋਜ਼ ਤੇ ਗਲੂਕੋਜ਼ ਦੇ ਦੋ ਮੋਲੀਕਿਊਲ ਮਿਲ ਜਾਣ ਤਾਂ ਇਹ ਬਣਦਾ ਹੈ ਜੀ ਮਾਲਟੋਜ਼। ਓਕੇ, ਉਸ ਤੋਂ ਬਾਅਦ ਸੀ ਦੀ ਜੇਕਰ ਗੱਲ ਕਰੀਏ ਗਲੂਕੋਜ਼ ਐਂਡ ਗਲੈਕਟੋਜ਼, ਇਹ ਜਦੋਂ ਮਿਲਦੇ ਆ ਤਾਂ ਇਹ ਬਣਦਾ ਹੈ ਜੀ ਲੈਕਟੋਜ਼। ਉਸ ਤੋਂ ਬਾਅਦ ਇਹ ਗੱਲ ਕਰ ਰਹੇ ਆ ਗਲੂਕੋਜ਼ ਐਂਡ ਲੈਕਟੋਜ਼, ਲੈਕਟੋਜ਼ ਦਾ ਆਪਣੇ ਆਪ ਦੇ ਵਿੱਚ ਹੀ ਡਾਈਸਕਰਾਈਡ ਆ, ਤਾਂ ਇਹ ਆਪਸ਼ਨ ਹੀ ਗਲਤ ਹੈ ਜੀ। ਤਾਂ ਇਹ ਤਿੰਨਾਂ ਦੇ ਬਾਰੇ ਤੁਹਾਨੂੰ ਦੱਸਤਾ ਕਿ ਕਿਹੜਾ ਕਿਹੜਾ ਜਿਹੜਾ ਮੋਲੀਕਿਊਲ ਆ ਉਹ ਮਿਲ ਕੇ ਕੀ ਕੀ ਬਣ ਰਿਹਾ। ਸਭ ਤੋਂ ਪਹਿਲੇ ਚ ਕੀ ਬਣ ਰਿਹਾ, ਸੁਕਰੋਜ਼ ਬਣ ਰਿਹਾ ਆ, ਬੀ ਦੇ ਵਿੱਚ ਮਾਲਟੋਜ਼ ਬਣ ਰਿਹਾ ਆ, ਸੀ ਦੇ ਵਿੱਚ ਲੈਕਟੋਜ਼ ਬਣ ਰਿਹਾ ਆ। ਤਾਂ ਇਹਦੀ ਸਹੀ ਆਪਸ਼ਨ ਕਿਹੜੀ ਆ, ਸਹੀ ਆਪਸ਼ਨ ਹੈ ਜੀ ਬੀ। ਬੀ ਆਪਸ਼ਨ ਇਹਦੀ ਸਹੀ ਆ, ਕਿਉਂਕਿ ਗਲੂਕੋਜ਼ ਤੇ ਗਲੂਕੋਜ਼ ਦੇ ਦੋ ਮੋਲੀਕਿਊਲ ਮਿਲ ਕੇ ਕੀ ਬਣਾਉਂਦੇ ਆ ਜੀ, ਮਾਲਟੋਜ਼ ਬਣਾਉਂਦੇ ਆ। ਇਦਾਂ ਹੀ ਹੋਰ ਆਪਾਂ ਲੈਕਚਰ ਦੇ ਵਿੱਚ ਆਪਾਂ ਕਰਿਆ ਸੀਗਾ ਫਰੈਕਟੋਜ਼ ਕੀ ਹੁੰਦੇ ਆ, ਸਾਰਾ ਕੁਝ ਆਪਾਂ ਕਰਿਆ ਹੋਇਆ ਆ। ਤਾਂ ਇਹਦੇ ਵਿੱਚ ਕੁਝ ਹੋਰ ਵੀ ਨਾਲ ਇਨਫੋਰਮੇਸ਼ਨ ਦੇ ਦਿੰਦੇ ਆ ਜੀ। ਜਿਹੜਾ ਸੁਕਰੋਜ਼ ਹੁੰਦੇ ਆ ਇਹ ਕਿਹਦੇ ਚ ਕਿਹੜੇ ਹੁੰਦੇ ਆ, ਇਹ ਜਿਹੜੀ ਆਪਾਂ ਖੰਡ ਯੂਜ਼ ਕਰਦੇ ਆ ਘਰਾਂ ਦੇ ਵਿੱਚ, ਉਹਦੇ ਵਿੱਚ ਕਿਹੜੇ ਉਹ ਕਿਹੜੇ ਹੁੰਦੇ ਆ ਜੀ, ਉਹ ਸੁਕਰੋਜ਼ ਹੁੰਦੇ ਆ। ਮਾਲਟੋਜ਼ ਜਿਹੜਾ ਚਾਵਲਾਂ ਦਾ ਪਾਣੀ ਹੁੰਦਾ ਆ ਉਹ ਕੀ ਹੁੰਦਾ ਜੀ, ਮਾਲਟੋਜ਼ ਹੁੰਦਾ ਆ। ਲੁਕਟੋਜ਼ ਲੈਕਟੋਜ਼ ਕਿਹੜੇ ਆ, ਜਿਹੜਾ ਦੁੱਧ ਆ, ਦੁੱਧ ਦੇ ਵਿੱਚ ਜਿਹੜਾ ਮਿੱਠਾਪਨ ਹੁੰਦਾ ਆ ਉਹ ਕਿਹਦੇ ਕਰਕੇ ਹੁੰਦਾ ਆ, ਉਹ ਹੁੰਦਾ ਆ ਲੈਕਟੋਜ਼ ਦੀ ਵਜ੍ਹਾ ਕਰਕੇ ਹੁੰਦਾ। ਅੱਗੇ ਚੱਲਦੇ ਹਾਂ, ਹਾਊ ਮੈਨੀ ਅਮੀਨੋ ਐਸਿਡਸ ਮੇਕ ਅਪ ਅ ਪ੍ਰੋਟੀਨ, ਜਿਹੜਾ ਪ੍ਰੋਟੀਨ ਆ ਉਹਨੂੰ ਕਿੰਨੇ ਅਮੀਨੋ ਐਸਿਡਸ ਮਿਲ ਕੇ ਬਣਾਉਂਦੇ ਆ। ਆਪਾਂ ਇਹ ਵੀ ਕਰ ਚੁੱਕੇ ਹਾਂ, ਪ੍ਰੋਟੀਨ ਦੇ ਵਿੱਚ ਕਰਿਆ। ਪ੍ਰੋਟੀਨ ਕਿਹਦੇ ਤੋਂ ਬਣਦਾ ਆ, ਪ੍ਰੋਟੀਨ ਬਣਦਾ ਜੀ ਅਮੀਨੋ ਐਸਿਡਸ ਤੋਂ। ਅਮੀਨੋ ਐਸਿਡਸ ਮਿਲ ਕੇ ਕੰਬੀਨੇਸ਼ਨ ਬਣਾਉਂਦੇ ਆ ਤੇ ਪ੍ਰੋਟੀਨ ਨੂੰ ਬਣਾਉਂਦੇ ਆ। ਕਿੰਨੇ ਅਮੀਨੋ ਐਸਿਡਸ ਆ ਸਾਡੀ ਬੋਡੀ ਦੇ ਵਿੱਚ, ਇਹ ਦੱਸਣਾ ਜੀ। ਹੁਣ ਕਿੰਨੇ ਮਤਲਬ ਅਮੀਨੋ ਐਸਿਡਸ ਆ ਮਿਲ ਕੇ ਜਿਹੜਾ ਪ੍ਰੋਟੀਨ ਬਣਾ ਰਹੇ ਆ ਸਾਡੀ ਬੋਡੀ ਦੇ ਵਿੱਚ। ਆਪਸ਼ਨਾਂ ਕੀ ਹੈ ਜੀ, 10, 20, 30 ਤੇ 50। ਇਹਨਾਂ ਦੀ ਆਪਸ਼ਨ ਦੀ ਜੇਕਰ ਗੱਲ ਕਰੀਏ ਤਾਂ ਇਹ ਆਪਸ਼ਨ ਠੀਕ ਆ, ਬੀ ਆਪਸ਼ਨ 20 ਅਮੀਨੋ ਐਸਿਡਸ ਆ। ਇਹਦੇ ਵੀ ਅੱਗੇ ਆਪਾਂ ਟਾਈਪ ਕਰੇ ਸੀਗੇ ਅਸੈਂਸ਼ੀਅਲ ਤੇ ਨੌਨ ਅਸੈਂਸ਼ੀਅਲ। ਜਿਹੜੇ ਅਸੈਂਸ਼ੀਅਲ ਆ ਉਹ ਕਿੰਨੇ ਆ ਜੀ, 9 ਆ। ਨੌਨ ਅਸੈਂਸ਼ੀਅਲ 11 ਆ। 9 ਜਿਹੜੇ ਕਿ ਸਾਨੂੰ ਬਾਹਰੋਂ ਖਾਣੇ ਪੈਂਦੇ ਆ, ਸਾਡੀ ਬੋਡੀ ਆਪ ਨਹੀਂ ਤਿਆਰ ਕਰਦੀ। 11 ਉਹ ਨੇ ਨੌਨ ਅਸੈਂਸ਼ੀਅਲ ਇਸ ਲਈ ਕਿਉਂਕਿ ਸਾਡੀ ਬੋਡੀ ਉਹਨਾਂ ਨੂੰ ਆਪ ਤਿਆਰ ਕਰਦੀ ਆ, ਇਸ ਲਈ ਉਹਨਾਂ ਨੂੰ ਨੌਨ ਅਸੈਂਸ਼ੀਅਲ ਕਹਿੰਦੇ ਆ। Which of the following disease is caused by protein deficiency? ਪ੍ਰੋਟੀਨ ਦੀ ਡੈਫੀਸ਼ੀਐਂਸੀ ਕਰਕੇ ਕਿਹੜੀ ਬਿਮਾਰੀ ਹੁੰਦੀ ਆ, ਤਾਂ ਇਹ ਚਾਰ ਆਪਸ਼ਨਸ ਨੇ। ਸਭ ਤੋਂ ਪਹਿਲੀ ਆ ਜੀ ਅਨੀਮੀਆ, ਸੈਕਿੰਡ ਆ ਕੁਏਸ਼ਰਕਰ, ਉਸ ਤੋਂ ਬਾਅਦ ਤੀਜੀ ਆ ਜੀ ਹੈਪੋਥਾਇਰੋਇਡਿਜ਼ਮ, ਚੌਥੀ ਆ ਕਿ ਸਾਰੀਆਂ ਹੀ।
ਆਲ ਆਫ ਦਾ ਅਬਵ। ਹੁਣ ਅਨੀਮੀਆ ਕੀ ਹੁੰਦਾ ਜੀ, ਆਪਾਂ ਪਹਿਲਾਂ ਵੀ ਇਹਦੇ ਬਾਰੇ ਕਈ ਵਾਰ ਡਿਸਕਸ ਕਰ ਚੁੱਕੇ ਹਾਂ। ਅਨੀਮੀਆ ਹੁੰਦਾ ਆ ਜਦੋਂ ਸਾਡੀ ਬੋਡੀ ਦੇ ਵਿੱਚ ਆਰਬੀਸੀ ਘਟ ਜਾਂਦੇ ਆ, ਆਰਬੀਸੀ ਘਟ ਜਾਂਦੇ ਆ ਤਾਂ ਕਿਹੜਾ ਰੋਗ ਹੁੰਦਾ ਆ, ਉਹਨੂੰ ਆਪਾਂ ਕਹਿੰਦੇ ਆ ਜੀ ਅਨੀਮੀਆ। ਉਸ ਤੋਂ ਬਾਅਦ ਗੱਲ ਕਰ ਦਈਏ ਕੁਐਸ਼ਰੀਕਰ, ਇਹ ਪ੍ਰੋਟੀਨ ਦੀ ਕਮੀ ਕਰਕੇ ਹੁੰਦਾ ਆ। ਇਹਦੇ ਲੱਛਣ ਤੁਹਾਨੂੰ ਦੱਸ ਚੁੱਕੇ ਆ, ਕਿੰਨੇ ਸਾਲ ਤੱਕ ਦੇ ਨੂੰ ਹੁੰਦਾ ਆ, ਉਹ ਸਾਰਾ ਕੁਝ ਆਪਾਂ ਡਿਟੇਲ ਦੇ ਵਿੱਚ ਜਦੋਂ ਪ੍ਰੋਟੀਨ ਕਰਿਆ ਤਾਂ ਉਹਦੇ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਵਿੱਚ ਆਪਾਂ ਕਰ ਲਿਆ ਸੀਗਾ। ਪ੍ਰੋਟੀਨ ਤੋਂ ਹੋਰ ਹੋਣ ਵਾਲੀਆਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਜੀ, ਇਹਦੇ ਨਾਲ ਹੀ ਇੱਕ ਮੌਸਮਰਸ ਰੋਗ ਵੀ ਪ੍ਰੋਟੀਨ ਦੀ ਕਮੀ ਕਰਕੇ ਹੁੰਦਾ ਆ, ਤੇ ਮੌਸਮਰਸ ਤੇ ਕੁਇਸ਼ਕਰ ਵੀ ਰੋਗ ਹੁੰਦਾ ਹੈ ਜਿਹਦੇ ਵਿੱਚ ਕਿ ਇਹਦੇ ਤੇ ਮੌਸਮਰਸ ਦੇ ਦੋਨਾਂ ਦੇ ਲੱਛਣ ਪਾਏ ਜਾਂਦੇ ਆ। ਉਸ ਤੋਂ ਬਾਅਦ ਸੀ ਆਪਸ਼ਨ ਦੀ ਜੇਕਰ ਗੱਲ ਕਰੀਏ, ਹਾਈਪੋਥਾਇਰੋਇਡਿਜ਼ਮ। ਹਾਈਪੋ ਦਾ ਮਤਲਬ ਕੀ ਹੁੰਦਾ ਹੈ, ਘੱਟ। ਹਾਈਪਰ ਦਾ ਮਤਲਬ ਹੁੰਦਾ ਜ਼ਿਆਦਾ, ਹਾਈਪੋ ਦਾ ਮਤਲਬ ਹੁੰਦਾ ਘੱਟ। ਤਾਂ ਹਾਈਪੋਥਾਇਰੋਇਡਿਜ਼ਮ, ਥਾਇਰੋਇਡ ਕੀ ਹੈ ਜੀ, ਆਪਣਾ ਗਲੈਂਡ ਆ, ਥਾਇਰੋਇਡ ਗਲੈਂਡ ਹੁੰਦਾ ਆ। ਜਦੋਂ ਥਾਇਰੋਇਡ ਗਲੈਂਡ ਜਿਹੜਾ ਥਾਇਰੋਇਡ ਨੂੰ ਘੱਟ ਪ੍ਰੋਡਿਊਸ ਕਰਦਾ ਆ, ਤਾਂ ਹਾਈਪੋ ਦਾ ਮਤਲਬ ਕਮੀ ਆ, ਤਾਂ ਜਿਹੜਾ ਥਾਇਰੋਇਡ ਗਲੈਂਡ ਆ ਥਾਇਰੋਇਡ ਨੂੰ ਘੱਟ ਪ੍ਰੋਡਿਊਸ ਕਰਦਾ ਆ, ਤਾਂ ਉਹਨੂੰ ਕਿਹਾ ਜਾਂਦਾ ਆ ਹਾਈਪੋਥਾਇਰੋਇਡਿਜ਼ਮ। ਆਲ ਆਫ ਅਬਵ ਦਾ ਤੁਹਾਨੂੰ ਪਤਾ ਹੀ ਆ। ਤੇ ਇਹ ਸਹੀ ਆਪਸ਼ਨ ਕੀ ਹੈ ਜੀ, ਬੀ ਆਪਸ਼ਨ ਆ, ਕੁਇਸ਼ਕਰ ਰੋਗ ਹੁੰਦਾ ਆ ਪ੍ਰੋਟੀਨ ਦੀ ਕਮੀ ਦੇ ਕਰਕੇ। ਉਸ ਤੋਂ ਬਾਅਦ ਅਗਲਾ ਕੁਐਸਚਨ ਆ, ਮੋਸਟ ਐਨੀਮਲ ਫੈਟ ਆਰ। ਜਿਹੜੀ ਸਾਨੂੰ ਐਨੀਮਲਸ ਤੋਂ ਫੈਟ ਮਿਲਦੀ ਆ, ਜਾਨਵਰਾਂ ਤੋਂ ਫੈਟ ਮਿਲਦੀ ਆ, ਉਹ ਫੈਟ ਮੋਸਟਲੀ ਕਿਹੜੀ ਹੁੰਦੀ ਆ, ਉਹਦੇ ਬਾਰੇ ਗੱਲ ਕਰਦੇ ਆ। ਸਭ ਤੋਂ ਪਹਿਲੀ ਆਪਸ਼ਨ ਆ ਜੀ ਗਲੋਬੂਲਰ ਫਾਰਮ। ਗਲੋਬੂਲਰ ਫਾਰਮ ਤੋਂ ਭਾਵ ਆ ਸਫੈਰੀਕਲ ਫਾਰਮ। ਜਦੋਂ ਫੈਟ ਦੇ ਅਲੱਗ-ਅਲੱਗ ਮੋਲੀਕਿਊਲ ਮਿਲ ਕੇ ਗੋਲ ਆਕਾਰ ਦੀ ਫੈਟ ਬਣਾਉਂਦੇ ਆ ਜਾਂ ਗੋਲਾਕਾਰ ਮੋਲੀਕਿਊਲਸ ਬਣਾਉਂਦੇ ਆ, ਤਾਂ ਉਹਨੂੰ ਕਹਿੰਦੇ ਆ ਜੀ ਗਲੋਬੂਲਰ ਫਾਰਮ। ਬੀ ਆਪਸ਼ਨ ਆ ਜੀ ਲੀਨੀਅਰ, ਮਤਲਬ ਕਿ ਸਟ੍ਰੇਟ ਸਿੱਧੇ ਮੋਲੀਕਿਊਲਸ ਹੁੰਦੇ ਆ, ਉਹ ਹੋ ਗਿਆ। ਉਸ ਤੋਂ ਬਾਅਦ ਸੈਚੂਰੇਟਿਡ ਤੇ ਅਨਸੈਚੂਰੇਟਿਡ, ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲ ਕਰ ਚੁੱਕੇ ਹਾਂ ਆਪਣੇ ਲੈਕਚਰ ਦੇ ਵਿੱਚ। ਸੈਚੂਰੇਟਿਡ ਫੈਟ ਕਿਹੜੀ ਹੁੰਦੀ ਆ ਤੇ ਅਨਸੈਚੂਰੇਟਿਡ ਕਿਹੜੀ ਹੁੰਦੀ ਆ ਤੇ ਟਰਾਂਸ ਫੈਟ ਕਿਹੜੀ ਹੁੰਦੀ ਆ। ਇਹ ਦੋ ਟਾਈਪ ਨੇ ਜੀ ਫੈਟ ਦੇ, ਸੈਚੂਰੇਟਿਡ ਐਂਡ ਅਨਸੈਚੂਰੇਟਿਡ। ਸੈਚੂਰੇਟਿਡ ਕਿਹੜੀ ਹੁੰਦੀ ਆ, ਸੈਚੂਰੇਟਿਡ ਉਹ ਹੁੰਦੀ ਆ ਜਿਹੜੀ ਸੋਲਿਡ ਫਾਰਮ ਦੇ ਵਿੱਚ ਰਹਿੰਦੀ ਆ। ਇਹ ਸੋਲਿਡ ਫਾਰਮ ਦੇ ਵਿੱਚ ਰਹਿੰਦੀ ਆ ਰੂਮ ਟੈਂਪਰੇਚਰ ਤੇ ਇਹ ਲਿਕੁਇਡ ਫਾਰਮ ਦੇ ਵਿੱਚ ਰਹਿੰਦੀ ਆ ਰੂਮ ਟੈਂਪਰੇਚਰ ਤੇ। ਤਾਂ ਇਹ ਕੀ ਕਹਿ ਰਿਹਾ ਕਿ ਸਾਨੂੰ ਜਾਨਵਰਾਂ ਤੋਂ ਕਿਹੜੀ ਫੈਟ ਮਿਲਦੀ ਆ, ਤਾਂ ਜਾਨਵਰਾਂ ਦੇ ਤੁਸੀਂ ਜੇਕਰ ਮਾंस ਖਾਂਦੇ ਹੋ ਜਾਂ ਕਦੇ ਚਿਕਨ ਵੀ ਖਾਦਾ ਆ, ਤੁਸੀਂ ਮੁਰਗਾ ਵੀ ਖਾਦਾ, ਤਾਂ ਮੁਰਗੇ ਦਾ ਜਦੋਂ ਮਾंस ਲੈ ਕੇ ਆਉਣੇ, ਜੇ ਆਪ ਕਦੇ ਬਣਾਇਆ ਆ ਤਾਂ ਤੁਸੀਂ ਦੇਖਿਓ ਕਿ ਉਹਦੇ ਨਾਲ ਚਿੱਟਾ ਚਿੱਟਾ ਜਿਹਾ ਇੱਕ ਪ੍ਰੋਡਕਟ ਲੱਗਿਆ ਹੁੰਦਾ ਆ, ਤੇ ਆਪਾਂ ਉਹਦੀ ਸਾਫ਼ ਸਫਾਈ ਵੀ ਕਰਦੇ ਆ, ਉਹਨੂੰ ਲਾ ਕੇ ਸਿੱਟ ਦਿੰਦੇ ਆ। ਉਹ ਚਿੱਟਾ ਚਿੱਟਾ ਕੀ ਹੁੰਦਾ ਆ, ਉਹ ਹੁੰਦੀ ਆ ਜੀ ਫੈਟ। ਉਹ ਫੈਟ ਹੁੰਦੀ ਆ ਤੇ ਉਹ ਫੈਟ ਜੰਮੀ ਹੋਈ ਹੁੰਦੀ ਆ, ਇਸ ਲਈ ਤਾਂ ਆਪਣੇ ਹੱਥ 'ਚ ਆ ਰਹੀ ਆ, ਉਹ ਤੇਲ ਵਰਗੀ ਨਹੀਂ ਹੁੰਦੀ, ਉਹ ਜੰਮੀ ਹੋਈ ਹੁੰਦੀ ਆ। ਤਾਂ ਉਹ ਕਿਹੜੀ ਹੁੰਦੀ ਹੈ ਜੀ, ਉਹ ਹੁੰਦੀ ਆ ਸੈਚੂਰੇਟਿਡ ਫੈਟ। ਜੇਕਰ ਹੋਰ ਵੀ ਕੋਈ ਸੂਰ ਖਾਂਦਾ ਜਾਂ ਹੋਰ ਕੋਈ ਵੀ ਮਾंस ਖਾਂਦਾ ਤਾਂ ਉਹਦੇ ਵਿੱਚ ਜੋ ਚਿੱਟਾ ਚਿੱਟਾ ਨਾਲ ਲੱਗਿਆ ਹੁੰਦਾ ਉਹ ਫੈਟ ਹੁੰਦੀ ਆ, ਤੇ ਉਹ ਜੰਮੀ ਹੋਈ ਹੁੰਦੀ ਆ। ਤੇ ਉਹ ਕਿਹੜੀ ਫਾਰਮ ਵਿੱਚ ਹੁੰਦੀ ਹੈ ਜੀ, ਸੈਚੂਰੇਟਿਡ 'ਚ ਹੁੰਦੀ ਆ। ਤਾਂ ਸਹੀ ਆਪਸ਼ਨ ਕਿਹੜੀ ਹੋ ਜਾਊਗੀ, ਸੈਚੂਰੇਟਿਡ ਫੈਟ। ਅਨਸੈਚੂਰੇਟਿਡ ਕਿਹੜੀ ਆ, ਜਿੰਨੇ ਵੀ ਤੇਲ ਆ, ਤੇਲ ਕੀ ਆ, ਉਹਨਾਂ ਨੂੰ ਭਾਵੇਂ ਫ੍ਰੀਜ਼ਰ 'ਚ ਵੀ ਲਾ ਦਿਓ, ਉਹ ਸੋਲਿਡ ਫਾਰਮ 'ਚ ਨਹੀਂ ਜਾਣਗੇ, ਉਹ ਲਿਕੁਇਡ 'ਚ ਰਹਿਣਗੇ। ਤਾਂ ਉਹ ਕਿਹੜੀ ਫੈਟ ਹੈ ਜੀ, ਉਹ ਅਨਸੈਚੂਰੇਟਿਡ ਫੈਟ ਹੁੰਦੀ ਆ। ਇਸ ਕੁਐਸਚਨ ਦਾ ਜੋ ਸਹੀ ਆਨਸਰ ਆ ਉਹ ਸੀ ਆ। ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਜੀ, ਕੈਲਸ਼ੀਅਮ ਇਜ਼ ਰਿਸਪੌਂਸਿਬਲ ਫॉर। ਕੈਲਸ਼ੀਅਮ ਕਾਦੇ ਲਈ ਜ਼ਿੰਮੇਵਾਰ ਆ, ਕਾਦੇ ਲਈ ਰਿਸਪੌਂਸਿਬਲ ਆ। ਤਾਂ ਸਭ ਤੋਂ ਪਹਿਲੀ ਆਪਸ਼ਨ ਆ ਮਸਲ ਕੰਟਰੈਕਸ਼ਨ। ਮਸਲ ਕੰਟਰੈਕਸ਼ਨ। ਬੀ ਆਪਸ਼ਨ ਆ ਬਲੱਡ ਕਲੋਟਿੰਗ, ਬਲੱਡ ਕੋਗੂਲੇਸ਼ਨ ਜਾਂ ਕਲੋਟਿੰਗ ਵੀ ਕਹਿ ਸਕਦੇ ਹੋ, ਬਲੱਡ ਦਾ ਥੱਕਾ ਜੰਮਦਾ ਹੈ ਜਿਹੜਾ, ਉਹਨੂੰ ਕਹਿੰਦੇ ਆ ਜੀ ਕੋਗੂਲੇਸ਼ਨ। ਉਸ ਤੋਂ ਬਾਅਦ ਨਰਵ ਕੰਡਕਸ਼ਨ ਤੇ ਡੀ ਆਪਸ਼ਨ ਆ ਆਲ ਆਫ ਦਾ ਅਬਵ। ਸਭ ਤੋਂ ਪਹਿਲੀ ਜੇਕਰ ਆਪਾਂ ਗੱਲ ਕਰੀਏ ਪਹਿਲੀ ਆਪਸ਼ਨ ਦੀ, ਮਸਲ ਕੰਟਰੈਕਸ਼ਨ। ਜੇਕਰ ਤੁਸੀਂ ਸਲਾਈਡਿੰਗ ਫਿਲਾਮੈਂਟ ਥਿਊਰੀ ਪੜ੍ਹੀ ਆ ਐਮਪੀਐਡ ਜਾਂ ਬੀਪੀਐਡ ਦੇ ਵਿੱਚ, ਬੀਪੀਐਡ ਦੇ ਵਿੱਚ ਵੀ ਹੈਗੀ ਆ ਸਿਲੇਬਸ ਦੇ ਵਿੱਚ ਵੀ, ਬਾਲਾ ਡੀਪ ਨਹੀਂ ਬਟ ਹੈਗੀ ਆ, ਤੇ ਐਮਪੀਐਡ ਤਾਂ ਪੂਰੀ ਡੀਪ ਹੈ ਜੀ ਸਲਾਈਡਿੰਗ ਫਿਲਾਮੈਂਟ ਥਿਊਰੀ। ਤਾਂ ਤੁਸੀਂ ਉਹਦੇ 'ਚ ਪੜ੍ਹਿਆ ਹੋਊਗਾ ਇੰਡੋਪਲਾਜ਼ਮਿਕ ਰੈਟੀਕੂਲਮ। ਉਹ ਕੀ ਕਰਦਾ ਆ, ਉਹ ਕੈਲਸ਼ੀਅਮ ਨੂੰ ਸਟੋਰ ਕਰਕੇ ਰੱਖਦਾ ਆ, ਤੇ ਉਹਦੇ ਵਿੱਚ ਹੀ ਉਹ ਆਪਣੇ ਵਿੱਚੋਂ ਹੀ ਕੈਲਸ਼ੀਅਮ ਨੂੰ ਰਿਲੀਜ਼ ਕਰਦਾ ਆ ਮਸਲ ਦੀ ਕੰਟਰੈਕਸ਼ਨ ਦੇ ਲਈ। ਤਾਂ ਮਸਲ ਦੀ ਕੰਟਰੈਕਸ਼ਨ ਦੇ ਲਈ ਕੈਲਸ਼ੀਅਮ ਜਿਹੜਾ ਆ ਉਹ ਕੰਮ ਆ ਰਿਹਾ ਆ, ਠੀਕ ਆਪਸ਼ਨ ਹੈ ਜੀ। ਬਲੱਡ ਕੋਗੂਲੇਸ਼ਨ, ਬਲੱਡ ਦਾ ਥੱਕਾ ਜਮਾਉਣ ਦੇ ਲਈ ਵੀ ਕੰਮ ਕੈਲਸ਼ੀਅਮ ਕਰਦਾ ਆ। ਉਸ ਤੋਂ ਬਾਅਦ ਨਰਵ ਕੰਡਕਸ਼ਨ ਦੀ ਗੱਲ ਕਰੀ, ਕੰਡਕਸ਼ਨ ਕੀ ਹੁੰਦਾ ਜੀ, ਜਿਵੇਂ ਕਿ ਲੋਹੇ ਦੇ ਵਿੱਚੋਂ ਬਿਜਲੀ ਪਾਸ ਹੁੰਦੀ ਆ, ਉਹ ਕੰਡਕਟਰ ਦਾ ਕੰਮ ਕਰਦਾ ਹੈ, ਕੰਡਕਸ਼ਨ ਦਾ ਕੰਮ ਕਰਦਾ ਆ। ਤਾਂ ਨਰਵ ਦੇ ਕੰਡਕਸ਼ਨ ਦੇ ਲਈ ਵੀ ਕੈਲਸ਼ੀਅਮ ਕੰਮ ਕਰਦਾ ਆ। ਤਾਂ ਇਹ ਤਿੰਨੋਂ ਕੰਮ ਆ ਜਿਹੜੇ ਉਹ ਕੈਲਸ਼ੀਅਮ ਕਰਦਾ ਆ। ਤਾਂ ਸਹੀ ਇਹਦੀ ਆਪਸ਼ਨ ਕੀ ਹੋ ਜੂਗੀ, ਇਹਦਾ ਸਹੀ ਆਨਸਰ ਹੈ ਜੀ ਆਲ ਆਫ ਦਾ ਅਬਵ।
ਇਹ ਸਾਰੇ ਕੰਮ ਜਿਹੜਾ ਕੈਲਸ਼ੀਅਮ ਕਰਦਾ ਹੈ ਸਾਡੀ ਬੋਡੀ ਦੇ ਵਿੱਚ। ਨੈਕਸਟ ਕੁਐਸਚਨ ਆ, ਵਿਚ ਆਫ ਦਾ ਫੋਲੋਇੰਗ ਡਿਸੀਜ਼ ਇਜ਼ ਕਾਜ਼ਡ ਬਾय ਆਇਰਨ ਡੈਫੀਸ਼ੀਐਂਸੀ। ਆਇਰਨ ਦੀ ਕਮੀ ਕਰਕੇ ਜਾਂ ਲੋਹੇ ਦੀ ਕਮੀ ਕਰਕੇ ਕਿਹੜਾ ਰੋਗ ਹੁੰਦਾ ਆ? ਤਾਂ ਗੱਲ ਕਰਦੇ ਆ, ਸਭ ਤੋਂ ਪਹਿਲੀ ਆਪਸ਼ਨ ਆ ਅਨੀਮੀਆ, ਸੈਕਿੰਡ ਆਪਸ਼ਨ ਆ ਜੀ ਕਵਿਸ਼ਕਰ, ਥਰਡ ਆਪਸ਼ਨ ਆ ਹਾਈਪੋਥਾਇਰੋਇਡਿਜ਼ਮ ਤੇ ਚੌਥੀ ਆਪਸ਼ਨ ਆ ਜੀ ਆਲ ਆਫ ਦਾ ਅਬਵ। ਅਨੀਮੀਆ ਕੀ ਆ? ਅਨੀਮੀਆ ਪਹਿਲਾਂ ਵੀ ਮੈਂ ਕਈ ਵਾਰ ਦੱਸਤਾ ਆਇਆ ਪਿਛਲੇ ਕੁਐਸਚਨਾਂ 'ਚ। ਅਨੀਮੀਆ ਜਦੋਂ ਸਾਡੀ ਬੋਡੀ ਦੇ ਵਿੱਚ ਆਰਬੀਸੀ ਦੀ ਕਮੀ ਆ ਜਾਂਦੀ ਆ ਤਾਂ ਉਦੋਂ ਹੁੰਦਾ ਆ ਅਨੀਮੀਆ। ਠੀਕ ਹੈ ਜੀ। ਜਿਹੜਾ ਕਵਿਸ਼ਕਰ ਰੋਗ ਆ ਇਹਦੇ ਬਾਰੇ ਵੀ ਆਪਾਂ ਪੜ੍ਹ ਚੁੱਕੇ ਹਾਂ, ਪ੍ਰੋਟੀਨ ਦੀ ਕਮੀ ਕਰਕੇ ਹੁੰਦਾ ਆ। ਹਾਈਪੋਥਾਇਰੋਇਡਿਜ਼ਮ, ਇਹ ਜਦੋਂ ਸਾਡਾ ਜਿਹੜਾ ਥਾਇਰੋਇਡ ਗਲੈਂਡ ਆ ਉਹ ਥਾਇਰੋਇਡ ਨੂੰ ਘੱਟ ਪ੍ਰੋਡਿਊਸ ਕਰਦਾ ਆ ਤਾਂ ਇਹ ਰੋਗ ਹੁੰਦਾ ਆ। ਹੁਣ ਅਨੀਮੀਆ ਇਹਦੀ ਸਹੀ ਆਪਸ਼ਨ ਆ ਤੇ ਕਿਉਂ ਆ ਉਹਦੀ ਗੱਲ ਕਰਦੇ ਆ। ਆਇਰਨ ਆ ਜਿਹੜਾ, ਆਇਰਨ ਕੀ ਕਰਦਾ ਹੈ ਜੀ? ਹੀਮੋਗਲੋਬਿਨ ਬਣਾਉਂਦਾ ਸਾਡੀ ਬੋਡੀ ਦੇ ਵਿੱਚ, ਤੇ ਹੀਮੋਗਲੋਬਿਨ ਕਿਹਦਾ ਪਾਰਟ ਆ? ਆਰਬੀਸੀ ਦਾ ਹੀ ਪਾਰਟ ਆ, ਰੈੱਡ ਬਲੱਡ ਸੈੱਲ ਦਾ ਹੀ ਪਾਰਟ ਆ ਜੀ ਹੀਮੋਗਲੋਬਿਨ। ਹੀਮੋਗਲੋਬਿਨ ਕੰਮ ਕੀ ਕਰਦਾ ਆ? ਸਾਡੀ ਬੋਡੀ ਦੇ ਵਿੱਚ ਆਕਸੀਜਨ ਨੂੰ ਕੈਰੀ ਕਰਦਾ ਆ ਤੇ ਅਲੱਗ-ਅਲੱਗ ਜਿਹੜੇ ਸੈਲਸ ਨੇ ਬੋਡੀ ਦੇ ਉਹਨਾਂ ਤੱਕ ਆਕਸੀਜਨ ਨੂੰ ਲੈ ਕੇ ਜਾਂਦਾ ਆ। ਤਾਂ ਜਿਹੜਾ ਆਇਰਨ ਆ, ਆਇਰਨ ਕਿਹਨੂੰ ਬਣਾ ਰਿਹਾ? ਆਇਰਨ ਹੁੰਦਾ ਆ ਹੀਮੋਗਲੋਬਿਨ ਦੇ ਵਿੱਚ। ਹੀਮੋਗਲੋਬਿਨ ਆਇਰਨ ਕਰਕੇ ਹੀ ਬਣ ਰਿਹਾ ਆ, ਇਹਦੇ ਵਿੱਚ ਬਹੁਤ ਜ਼ਿਆਦਾ ਮਾਤਰਾ 'ਚ ਆਇਰਨ ਹੁੰਦਾ ਆ। ਜੇਕਰ ਆਇਰਨ ਦੀ ਕਮੀ ਆ ਜਾਊਗੀ ਤਾਂ ਹੀਮੋਗਲੋਬਿਨ ਨਹੀਂ ਬਣੂਗਾ ਤੇ ਆਰਬੀਸੀ ਦੇ ਵਿੱਚ ਵੀ ਕਮੀ ਆਊਗੀ। ਜੇਕਰ ਆਰਬੀਸੀ ਦੇ ਵਿੱਚ ਕਮੀ ਆਊਗੀ ਤਾਂ ਸਾਨੂੰ ਕਿਹੜਾ ਰੋਗ ਹੋ ਜਾਊਗਾ ਜੀ? ਅਨੀਮੀਆ ਹੋ ਜਾਊਗਾ। ਤਾਂ ਇਹਦੀ ਸਹੀ ਆਪਸ਼ਨ ਏ ਆ, ਅਨੀਮੀਆ। ਉਸ ਤੋਂ ਬਾਅਦ ਅਗਲਾ ਕੁਐਸਚਨ ਆ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਕੰਸੀਡਰਡ ਐਜ਼ ਅ ਮੈਕਰੋਨਿਊਟ੍ਰੀਐਂਟ। ਇਹਨਾਂ ਦੇ ਵਿੱਚੋਂ ਕਿਹੜਾ ਆ ਜਿਹੜਾ ਕਿ ਮੈਕਰੋਨਿਊਟ੍ਰੀਐਂਟਸ ਨਹੀਂ ਆ? ਆਪਾਂ ਨਿਊਟ੍ਰੀਐਂਟ ਕਰੇ ਆ, ਨਿਊਟ੍ਰੀਐਂਟਸ ਦੋ ਤਰ੍ਹਾਂ ਦੇ ਆ, ਮੈਕਰੋ ਐਂਡ ਮਾਈਕਰੋ। ਇੱਕ MA ਦੇ ਨਾਲ ਪੈਂਦਾ ਜੀ ਮੈਕਰੋ, ਠੀਕ ਆ, ਇੱਕ MI ਦੇ ਨਾਲ ਪੈਂਦਾ ਆ। ਤਾਂ ਇਹ ਦੋ ਨੇ, ਇੱਕ ਮੈਕਰੋ ਆ MACRO, ਇੱਕ MICRO ਆ ਮਾਈਕਰੋ। ਤਾਂ ਮੈਕਰੋ ਕਿਹੜੇ ਹੁੰਦੇ ਆ? ਜਿਹੜੇ ਸਾਡੀ ਬੋਡੀ ਜ਼ਿਆਦਾ ਮਾਤਰਾ ਦੇ ਵਿੱਚ ਅਸੀਂ ਯੂਜ਼ ਕਰਦੇ ਆ ਜਾਂ ਇਨਟੇਕ ਕਰਦੇ ਆ, ਜ਼ਿਆਦਾ ਮਾਤਰਾ ਦੇ ਵਿੱਚ ਸਾਡੀ ਬੋਡੀ ਨੂੰ ਚਾਹੀਦੇ ਆ, ਉਹਨਾਂ ਨੂੰ ਕਹਿੰਦੇ ਆ ਜੀ ਮੈਕਰੋ। ਜਿਹੜੇ ਘੱਟ ਮਾਤਰਾ ਦੇ ਵਿੱਚ ਚਾਹੀਦੇ ਆ ਉਹਨਾਂ ਨੂੰ ਕਹਿੰਦੇ ਆ ਮਾਈਕਰੋ। ਤਾਂ ਇਹਨਾਂ ਦੇ ਵਿੱਚ ਤੁਸੀਂ ਆਪ ਹੀ ਦੇਖੋ ਕਿ ਕਿਹੜੇ ਉਹ ਆ ਜਿਹੜੇ ਸਾਨੂੰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਡੇਲੀ ਰਿਕੁਆਇਰਮੈਂਟ ਹੁੰਦੀ ਆ, ਡੇਲੀ ਦੇ ਯੂਜ਼ ਦੇ ਵਿੱਚ ਆਪਣਾ ਯੂਜ਼ ਆਉਂਦੇ ਆ ਜ਼ਿਆਦਾ ਮਾਤਰਾ ਦੇ ਵਿੱਚ। ਤਾਂ ਕਾਰਬੋਹਾਈਡਰੇਟਸ, ਪ੍ਰੋਟੀਨ, ਫੈਟ ਤੇ ਮਿਨਰਲਸ, ਇਹ ਚਾਰ ਆਪਸ਼ਨਸ ਨੇ। ਕਾਰਬੋਹਾਈਡਰੇਟਸ, ਪ੍ਰੋਟੀਨ ਤੇ ਫੈਟ ਆ ਜਿਹੜੇ ਆਪਾਂ ਜਦੋਂ ਵੀ ਰੋਟੀ ਖਾਂਦੇ ਆ, ਕੁਝ ਵੀ ਖਾ ਲਈਏ, ਚਾਵਲ ਖਾ ਲਈਏ, ਰੋਟੀ ਖਾ ਲਈਏ, ਬ੍ਰੈਡ ਖਾ ਲਈਏ, ਕੁਝ ਵੀ ਖਾ ਲਈਏ, ਉਹਦੇ ਵਿੱਚ ਇਹ ਤਿੰਨੇ ਚੀਜ਼ਾਂ ਆ ਜਿਹੜੀਆਂ ਭਰਪੂਰ ਮਾਤਰਾ 'ਚ ਮਿਲਦੀਆਂ ਆ ਸਾਨੂੰ। ਜਿਹੜਾ ਘਿਓ ਆ, ਰੋਜ਼ ਦਾ ਮੈਨੂੰ ਲੱਗਦਾ ਕਿ ਆਪਾਂ 1-2 ਚਮਚ ਘਿਓ ਖਾ ਜਾਂਦੇ ਆ ਜਾਂ ਤੇਲ ਪੀ ਜਾਂਦੇ ਆ ਸਬਜ਼ੀਆਂ ਦੇ ਮਾਧਿਅਮ ਦੇ ਰਾਹੀਂ, ਸਬਜ਼ੀ ਵਿੱਚ ਪਾ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ, ਰੋਟੀਆਂ ਨੂੰ ਚੋਪੜ ਕੇ ਖਾ ਜਾਂਦੇ ਆ। ਤਾਂ ਅਲੱਗ-ਅਲੱਗ ਤਰੀਕਿਆਂ ਦੇ ਨਾਲ ਆਪਾਂ ਫੈਟ ਵੀ ਖਾ ਰਹੇ ਆ, ਪ੍ਰੋਟੀਨ ਆਪਾਂ ਜੇਕਰ ਰੋਟੀ ਵੀ ਖਾ ਰਹੇ ਆ ਤਾਂ ਕਣਕ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰੋਟੀਨ ਦੀ ਮਾਤਰਾ ਹੁੰਦੀ ਆ, ਰੋਟੀਆਂ ਦੇ ਵਿੱਚ ਪ੍ਰੋਟੀਨ ਆ ਗਿਆ ਜੀ। ਕਾਰਬੋਹਾਈਡਰੇਟਸ ਵੀ ਹੁੰਦੇ ਆ, ਜੋ ਕੁਝ ਵੀ ਖਾ ਰਹੇ ਹੋ ਤਾਂ ਉਹ ਸਾਰਾ ਕੁਝ ਕਾਰਬੋਹਾਈਡਰੇਟਸ, ਪ੍ਰੋਟੀਨ ਤੇ ਫੈਟ ਆ ਜਿਹੜੇ ਬਹੁਤ ਜ਼ਿਆਦਾ ਮਾਤਰਾ 'ਚ ਮਿਲਦੇ ਆ। ਬਟ ਜਿਹੜੇ ਮਿਨਰਲਸ ਆ, ਇਹ ਬਹੁਤ ਘੱਟ ਮਾਤਰਾ ਦੇ ਵਿੱਚ ਆਪਾਂ ਯੂਜ਼ ਕਰਦੇ ਆ, ਬਹੁਤ ਘੱਟ ਮਾਤਰਾ ਦੇ ਵਿੱਚ ਆਪਣੀ ਬੋਡੀ ਨੂੰ ਚਾਹੀਦੇ ਹੁੰਦੇ ਆ। ਤਾਂ ਇਹ ਕਿਹਦਾ ਪਾਰਟ ਨੇ? ਇਹ ਪਾਰਟ ਨੇ ਮਾਈਕਰੋ ਦੇ, ਮਿਨਰਲਸ ਪਾਰਟ ਨੇ ਮਾਈਕਰੋ ਦੇ। ਬਾਕੀ ਤਿੰਨੇ ਚੀਜ਼ਾਂ ਕਿਹਦੀਆਂ ਪਾਰਟ ਨੇ? ਉਹ ਪਾਰਟ ਨੇ ਜੀ ਮੈਕਰੋ ਦੇ। ਤਾਂ ਹੁਣ ਤੁਸੀਂ ਆਪ ਹੀ ਸੋਚ ਲਓ ਇਹਦੀ ਸਹੀ ਆਪਸ਼ਨ ਕੀ ਹੋਊਗੀ? ਸਹੀ ਆਪਸ਼ਨ ਆ ਜੀ ਇਹਦੀ ਮਿਨਰਲਸ। ਅੱਗੇ ਚੱਲਦੇ ਆ ਜੀ ਨੈਕਸਟ ਕੁਐਸਚਨ ਤੇ। ਅਗਲਾ ਕੁਐਸਚਨ ਆ, ਗਲੂਕੋਜ਼, ਫਰਕਟੋਜ਼, ਗਲੈਕਟੋਜ਼, ਮਾਲਟੋਜ਼ ਐਂਡ ਲੈਕਟੋਜ਼ ਆਰ ਆਲ ਐਗਜ਼ਾਮਪਲ ਆਫ। ਗਲੂਕੋਜ਼, ਫਰਕਟੋਜ਼, ਗਲੈਕਟੋਜ਼, ਮਾਲਟੋਜ਼ ਤੇ ਲੈਕਟੋਜ਼ ਆ ਜਿਹੜੇ, ਇਹ ਕਿਹਦੀ ਉਦਾਹਰਣ ਆ? ਜੇਕਰ ਤੁਹਾਨੂੰ ਨਹੀਂ ਪਤਾ ਗਲੂਕੋਜ਼, ਫਰਕਟੋਜ਼, ਗਲੈਕਟੋਜ਼, ਆਪਾਂ ਇਹ ਸਾਰਾ ਕਲਾਸ ਦੇ ਵਿੱਚ ਕਰ ਚੁੱਕੇ ਆ। ਕਾਰਬੋਹਾਈਡਰੇਟਸ ਬਾਰੇ ਜਦੋਂ ਪੜ੍ਹਿਆ ਸੀਗਾ ਤਾਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਸਾਰੇ ਦੇ ਸਾਰੇ ਪਾਰਟ ਕਿਹਦਾ ਆ? ਇਹ ਪਾਰਟ ਨੇ ਜੀ ਕਾਰਬੋਹਾਈਡਰੇਟਸ ਦੇ। ਕਿ ਕਿਹੜੇ ਛੋਟੀ ਤੋਂ ਛੋਟੀ ਫਾਰਮ ਦੇ ਵਿੱਚ, ਜਿਵੇਂ ਕਿ ਆਪਾਂ ਗੱਲ ਕਰੀਏ ਮੋਨੋਸੈਕਰਾਈਡ, ਡਾਈਸੈਕਰਾਈਡ ਦੀ ਗੱਲ ਕਰੀ ਸੀ ਤੇ ਉਹਦਾ ਪਾਰਟ ਨੇ। ਤਾਂ ਹੁਣ ਗੱਲ ਕਰਦੇ ਆ ਜੀ, ਇਹ ਕਹਿ ਰਹੇ ਕਿ ਕਿਹਦੇ ਐਗਜ਼ਾਮਪਲ ਨੇ? ਆਪਸ਼ਨਾਂ ਦੇਖੋ, ਸਭ ਤੋਂ ਪਹਿਲੀ ਆਪਸ਼ਨ ਆ ਕੰਪਲੈਕਸ ਕਾਰਬੋਹਾਈਡਰੇਟਸ, ਸੈਕਿੰਡ ਆ ਪ੍ਰੋਟੀਨ, ਥਰਡ ਆ ਸਿੰਪਲ ਕਾਰਬੋਹਾਈਡਰੇਟਸ ਤੇ ਚੌਥੀ ਆ ਜੀ ਨੋਨ ਆਫ ਦਾ ਅਬਵ। ਜੇਕਰ ਤੁਸੀਂ ਇਹਦਾ ਨਾਮ ਤੋਂ ਜਾਣੂ ਹੋ, ਇਹਨਾਂ ਨਾਮਸ ਤੋਂ, ਤਾਂ ਤੁਹਾਨੂੰ ਇਹਦਾ ਪਤਾ ਲੱਗ ਜੂਗਾ ਕਿ ਇਹ ਪਹਿਲੀ ਗੱਲ ਤਾਂ ਸਭ ਤੋਂ ਪਹਿਲਾਂ ਇਹ ਕਾਰਬੋਹਾਈਡਰੇਟਸ ਦਾ ਹੀ ਪਾਰਟ ਨੇ। ਕਾਰਬੋਹਾਈਡਰੇਟਸ ਦੀ ਗੱਲ ਹੋ ਰਹੀ ਆ ਤਾਂ ਤੁਸੀਂ ਬਾਕੀ ਆਪਸ਼ਨਾਂ ਤਾਂ ਕੱਟ ਦੋਗੇ।
प्रोटीन का तो यह लेना देना ही नहीं कोई भी इन्हां नाल। ते पार्ट की कार्बोहाइड्रेट्स ते पूछ रहे भी अगे किहदी एग्जाम्पल ने, तो कार्बोहाइड्रेट्स दी दो ही ऑप्शंस ने इहदे विच। हुण आपां गल करते हैं कॉम्पलैक्स ते सिंपल दी। दो तरह के कार्बोहाइड्रेट्स हुंदे आ, कॉम्पलैक्स कार्बोहाइड्रेट्स ते सिंपल कार्बोहाइड्रेट्स। सिंपल कार्बोहाइड्रेट्स वो हुंदे आ जिहड़ी साडी बॉडी जिन्हां नूं बहुत ही जल्दी डाइजैसट करदी आ ते बहुत ही जल्दी उन्हां नूं अब्जॉर्प्शन करके उन्हां नूं यूज करदी आ, तां वो हुंदे आ जी सिंपल कार्बोहाइड्रेट्स। आपां स्टार्टिंग दे विच ही एक क्वेश्चन करिया सीगा माल्टोज वाला, क्लीयर है जी, वो डाइसक्राइड सीगे। तो मतलब कि दो जो डाइसक्राइड आ जिहड़े कि दो मोलीक्यूल शुगर दे तो मिलके बनते हैं, मोनो वो होंगे आ जिहड़े एक तो ही बनते हैं, जिवें कि फ्रैक्टोज आ यह मोनोस्क्राइड्स आ, ते सब तो जिहड़ा मिठा हुंदा आ वो फ्रैक्टोज ही हुंदा आ। ये भी क्वेश्चन आ सकता है कि सब तो मिठा कार्बोहाइड्रेट्स किहड़ा हुंदा, तो फ्रैक्टोज हुंदा आ। तां हुण यह किहदी एग्जाम्पल ने जी, यह एग्जाम्पल ने सिंपल कार्बोहाइड्रेट्स जिहड़े कि जल्दी यूज हुंदे आ। कॉम्पलैक्स कार्बोहाइड्रेट्स वो हुंदे आ जिन्हां नूं पचाउण दे लई ते यूज करन दे लई बॉडी नूं टाइम लगता है। जिवें कि ब्रैड खा लोगे तुसीं, पास्ता खा लोगे, तो उन्होंने डाइजैसट होने के लिए टाइम लगता है साडी बॉडी दे विच। अगला क्वेश्चन है जी, द मेन फंक्शन ऑफ वाटर इज, पानी का जिहड़ा मेन फंक्शनस ने वो किहड़े-किहड़े ने उन्हां दे बारे गल कर रहे हैं। तो पहली ऑप्शन जेकर देखिए, वेरियस सेल्स ऑफ द बॉडी आर ट्रांसपोर्टेड न्यूट्रीएंट्स विद हेल्प ऑफ वाटर। जिहड़ी साडे बॉडी आ वो न्यूट्रीएंट्स नूं ट्रांसफर जिहड़ी कर रहा वो किहदे माध्यम राही कर रहा है, कह रहा है कि पानी की मदद दे नाल जिहड़े साडे न्यूट्रीएंट्स ने बाकी दे न्यूट्रीएंट्स आ उन्हां नूं ट्रांसफर कर रहा है साडी बॉडी दे विच ते सैल्स दे विच। तां ये ऑप्शन ठीक है जी। आपां वाटर दे बारे डिटेल दे विच पढ़िया सीगा कि वाटर दे किहड़े-किहड़े काम आ। उस तो बाद रेगूलेट ऑफ बॉडी टैंपरेचर, ये भी ठीक ऑप्शन है जी। जिमें कि अपना जिहड़ा पानी आ वो टैंपरेचर नूं रेगूलेट करता है, पसीने के माध्यम राही भी टैंपरेचर नूं मेनटेन करने की कोशिश करता है, तो साडे सैल्स दे विच भी मेनटेन करने की कोशिश करता है, हैल्प करता है। उस तो बाद एक्सक्रेशन ऑफ वेस्ट प्रोडक्ट, जिहड़ा वेस्ट प्रोडक्ट आ उहनूं बाहर कढ रहा है, वो भी कौन कढ रहा है, पानी कढ रहा है, पसीने दे राही या फिर यूरिन दे राही। आपां मूत करदे आ जी, तां उहदे विच जिहड़े वेस्ट प्रोडक्ट ने वो साडे बॉडी दे विचों निकल जांदे आ। उस तो बाद डी ऑप्शन है जी ऑल ऑफ द अबव। तो तीनों चीज़ां जिहड़े तीनों काम आ यह पानी कर रहा, तो सही ऑप्शन की हो जूगी, ऑल ऑफ दीज। अगले क्वेश्चन से चलते हैं जी, डेफिशिएंसी ऑफ कैल्शियम रिजल्ट इन, डेफिशिएंसी जेकर कैल्शियम की हो जाए तो किहड़ी बीमारी आऊगी, उहदे रिजल्ट की होणगे, उहदे परिणाम की होणगे, उहदे नतीजे की होणगे। तो आपां गल कर चुके हैं ये बारे, पहले ही मैं तुहानूं एक क्वेश्चन दे विच विटामिन डी वाले दस चुकिया हाँ। ये ऑप्शन किहड़ियां जी, सब तो पहली आ एनीमिया, ये तो आरबीसी की कमी करके हुंदे आ। जेकर सानू रैड ब्लड सैल्स की कमी हो जाएगी तो यह बीमारी हुंदी आ। उस तो बाद नाइट ब्लाइंडनेस है जिहड़ी विटामिन ए की कमी करके नाइट ब्लाइंडनेस हुंदी है। नाइट दे नाल रिलेटेड जिहड़ियां बीमारियां वो सॉरी अखां दे नाल जिन्नियां भी रिलेटेड बीमारियां वो किहदे करके हो रही आ, वो सानू विटामिन ए की कमी करके हो रही आ। जिहड़ा रैकेट्स आ यह आपां करिया सीगा विटामिन डी की डेफिशिएंसी करके भी हुंदा आ, ते कैल्शियम की डेफिशिएंसी करके भी हुंदा आ। उस तो बाद जेकर गल करिए जीरो पैथलीमिया, जीरो पैथलीमिया किहदे करके हुंदा आ, अखां की बीमारी आ, ते यह भी विटामिन ए की कमी करके हुंदा आ। हुण रैकेट्स आ जिहड़ा विटामिन डी की कमी करके भी हो रहा, ते कैल्शियम की कमी करके भी, क्यों ये आप पहला भी गल कर चुके हैं, क्योंकि जिहड़ा विटामिन डी आ वो बहुत ज़्यादा जरूरी आ कैल्शियम नूं यूज करन दे लई साडी बॉडी दे विच। नहीं तो कैल्शियम नूं साडी बॉडी यूज नहीं कर पाऊगी, उनकी अब्जॉर्प्शन ही नहीं कर पाऊगी, उन्होंने सोख ही नहीं पाऊगी आपके अंदर। जो सोख नहीं पाऊगी, ब्लड के विच कैल्शियम जा ही नहीं पाऊगा अच्छे तरीके दे नाल, तो यूज नहीं होगा, तो सानू रैकेट्स आ जिहड़ी हड्डियां की बीमारी आ वो हो जूगी। उस तो बाद अगले क्वेश्चन पे चलते हैं जी, विच मिनरल हेल्प्स आयरन इन फॉर्मेशन ऑफ हीमोग्लोबिन। हुण आपां पहले ही गल करी सीगी, पहला तो क्वेश्चन की गल कर लेंगे आ। क्वेश्चन की कह रहे कि किहड़ा मिनरल आ जिहड़ा आयरन की जिहड़ी फॉर्मेशन आ हीमोग्लोबिन की ते आयरन दे नाल मिल के जिहड़े हो रहा आ उहनूं करवाउंदा आ, ओह किहड़ा मिनरल आ जिहड़ा आयरन तो हीमोग्लोबिन बनदा, आपां गल कर चुके हैं। तां इहदे च इह दसना कि किहड़ा मिनरल आ जिहड़ा
ਹੈਲਪ ਕਰਦਾ ਆ ਆਇਰਨ ਤੇ ਹੀਮੋਗਲੋਬਿਨ ਨੂੰ ਬਣਾਉਣ ਦੇ ਲਈ? ਤਾਂ ਪਹਿਲੀ ਆਪਸ਼ਨ ਆ ਜੀ ਕੋਪਰ, ਦੂਸਰੀ ਆ ਕ੍ਰੋਮੀਅਮ, ਉਸ ਤੋਂ ਬਾਅਦ ਤੀਸਰੀ ਆ ਜੀ ਕੋਬਾਲਟ, ਉਸ ਤੋਂ ਅਗਲੀ ਆ ਜੀ ਵਿਟਾਮਿਨ ਈ। ਹੁਣ ਇਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਸਹੀ ਆਪਸ਼ਨ ਕਿਹੜੀ ਆ ਜੀ? ਸਹੀ ਆਪਸ਼ਨ ਆ ਕੋਪਰ। ਕੋਪਰ ਕੀ ਕੰਮ ਕਰਦਾ ਆ? ਕੋਪਰ ਹੈਲਪ ਕਰਦਾ ਆ ਆਇਰਨ ਨੂੰ ਹੀਮੋਗਲੋਬਿਨ ਦੇ ਵਿੱਚ ਲੈ ਕੇ ਜਾਣ ਦੀ ਤੇ ਹੀਮੋਗਲੋਬਿਨ ਬਣਾਉਣ ਦੇ ਵਿੱਚ ਜਿਹੜਾ ਕੰਮ ਆ, ਮੇਨ ਰੋਲ ਆ, ਉਹ ਕੌਣ ਅਦਾ ਕਰਦਾ ਹੈ ਜੀ? ਉਹ ਕੋਪਰ ਕਰਦਾ ਆ। ਜੇਕਰ ਕ੍ਰੋਮੀਅਮ ਦੀ ਗੱਲ ਕਰੀਏ ਤਾਂ ਇਹ ਕੀ ਕਰਦਾ ਆ? ਸਟਿਮੂਲੇਟਸ ਫੈਟੀ ਐਸਿਡਸ ਜਿਹੜੇ ਆ, ਜਿਹੜਾ ਸਾਡੇ ਫੈਟੀ ਐਸਿਡ ਕੀ ਆ? ਫੈਟ ਦੀ ਸਭ ਤੋਂ ਸਿੰਪਲੈਸਟ ਫਾਰਮ ਆ। ਜਦੋਂ ਫੈਟ ਟੁੱਟਦੀ ਆ ਤਾਂ ਉਹ ਕਿਹਦੇ ਚ ਟੁੱਟਦੀ ਆ? ਛੋਟੇ, ਸਭ ਤੋਂ ਛੋਟਾ ਟੁਕੜੇ ਕਿਹੜੇ ਹੁੰਦੇ ਆ ਉਹਦੇ? ਉਹ ਫੈਟੀ ਐਸਿਡਸ ਉਹਨੂੰ ਕਹਿੰਦੇ ਆ ਆਪਾਂ। ਉਸ ਤੋਂ ਬਾਅਦ ਕੋਲੇਸਟਰੋਲ ਸਿੰਥੇਸਾਈਜ਼ ਕਰਨ ਦੇ ਲਈ ਮਦਦ ਕਰਦਾ ਆ ਕ੍ਰੋਮੀਅਮ। ਜੇਕਰ ਕੋਬਾਲਟ ਦੀ ਗੱਲ ਕਰੀਏ ਤਾਂ ਇਹ ਕੀ ਕਰਦਾ ਜੀ? ਪਾਰਟ ਆਫ ਵਿਟਾਮਿਨ B12 ਦਾ ਪਾਰਟ ਆ, ਉਹਦੇ ਵਿੱਚ ਹੈਲਪ ਕਰਦਾ ਆ ਤੇ ਆਰਬੀਸੀ ਨੂੰ ਬਣਾਉਣ ਦੇ ਵਿੱਚ ਵੀ ਹੈਲਪ ਕਰਦਾ। ਕਿਉਂਕਿ ਵਿਟਾਮਿਨ ਜਿਹੜਾ B12 ਆ ਉਹ ਆਰਬੀਸੀ ਨੂੰ ਬਣਾਉਣ ਦੇ ਵਿੱਚ ਹੈਲਪ ਕਰ ਰਿਹਾ ਆ। ਤਾਂ ਕੋਬਾਲਟ ਆ ਜਿਹੜਾ ਉਹ ਉਹਦਾ ਪਾਰਟ ਆ, ਤਾਂ ਕੋਬਾਲਟ ਵੀ ਇਨਡਾਇਰੈਕਟਲੀ ਹੈਲਪ ਕਿਹਦੀ ਕਰ ਰਿਹਾ? ਆਰਬੀਸੀ ਨੂੰ ਬਣਾਉਣ ਦੀ ਹੈਲਪ ਕਰ ਰਿਹਾ ਆ। ਮੇਨਟੇਨ ਦਾ ਨਰਵਸ ਸਿਸਟਮ ਨੂੰ ਮੇਨਟੇਨ ਕਰਨ ਦੇ ਵਿੱਚ ਵੀ ਹੈਲਪ ਕਰਦਾ ਆ। ਵਿਟਾਮਿਨ ਈ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਵਿਟਾਮਿਨ ਈ ਕੀ ਕਰਦਾ ਹੈ? ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਇਹ ਵੀ ਕੋਲੇਸਟਰੋਲ ਨੂੰ ਸਹੀ ਤਰੀਕੇ ਨਾਲ ਰੈਗੂਲੇਟ ਕਰਦਾ ਆ, ਬੈਡ ਕੋਲੇਸਟਰੋਲ ਤੋਂ ਬਚਾਉਂਦਾ ਹੈ ਤੇ ਕੈਂਸਰ, ਕਈ ਤਰ੍ਹਾਂ ਦੇ ਕੈਂਸਰ ਤੋਂ ਬਚਾਉਂਦਾ ਹੈ ਸਾਡੀ ਬੋਡੀ ਨੂੰ। ਅਗਲੇ ਕੁਐਸਚਨ ਤੇ ਚੱਲਦੇ ਆਂ ਜੀ। ਅਗਲਾ ਕੁਐਸਚਨ ਆ ਗੋਇਟਰ ਇਜ਼ ਕਾਜ਼ਡ ਡਿਊ ਟੂ। ਇਹ ਕਹਿ ਰਿਹਾ ਕਿ ਜਿਹੜਾ ਗਠੀਆ ਆ, ਅੱਜ ਕੱਲ ਪਿੰਡਾਂ ਦੇ ਵਿੱਚ ਹਰ ਕਿਸੇ ਬਜ਼ੁਰਗ ਨੂੰ ਗਠੀਆ, ਆਪਾਂ ਕਹਿ ਦਿੰਦੇ ਗਠੀਆ ਹੋ ਗਿਆ, ਗਠੀਆ ਹੋ ਗਿਆ। ਗਠੀਆ ਦੀ ਜਿਹੜੀ ਬਿਮਾਰੀ ਆ ਬਹੁਤ ਜ਼ਿਆਦਾ ਆ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਵੀ ਆ। ਪੰਜਾਬ ਦੇ ਵਿੱਚ ਇਹ ਰੋਗ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ ਜਾ ਰਿਹਾ ਹੈ। ਤਾਂ ਗੋਇਟਰ ਹੈ ਕੀ ਆ? ਗੋਇਟਰ ਇਜ਼ ਕਾਜ਼ਡ ਡਿਊ ਟੂ, ਕਿਹਦੇ ਕਰਕੇ, ਕਿਹੜੇ ਕਾਰਨਾਂ ਕਰਕੇ ਗੋਇਟਰ ਹੋ ਰਿਹਾ ਆ? ਆਇਓਡੀਨ ਦੀ ਕਮੀ ਕਰਕੇ, ਕੋਪਰ ਕਰਕੇ, ਕ੍ਰੋਮੀਅਮ ਕਰਕੇ, ਜਾਂ ਫਿਰ ਲੈਕ ਆਫ ਸੋਡੀਅਮ ਕਰਕੇ? ਤਾਂ ਇਹਦੀ ਸਹੀ ਜਿਹੜੀ ਆਪਸ਼ਨ ਆ ਉਹ ਏ ਆ ਜੀ। ਗੋਇਟਰ ਕਿਉਂ ਹੋ ਰਿਹਾ ਆ? ਆਇਓਡੀਨ ਦੀ ਕਮੀ ਕਰਕੇ ਹੋ ਰਿਹਾ ਆ। ਇਹ ਕੁਐਸਚਨ ਪਹਿਲਾਂ ਵੀ ਬਹੁਤ ਵਾਰ ਆ ਚੁੱਕਿਆ ਆ। ਯਾਦ ਰੱਖਿਓ ਕਿ ਗੋਇਟਰ ਰੋਗ ਆ ਜਿਹੜਾ ਉਹ ਆਇਓਡੀਨ ਦੀ ਕਮੀ ਕਰਕੇ ਹੁੰਦਾ ਆ। ਕੋਪਰ ਕੀ ਕੰਮ ਕਰ ਰਿਹਾ ਆ? ਆਪਾਂ ਪਿਛਲੇ ਕੁਐਸਚਨ 'ਚ ਕਰ ਲਿਆ ਆ ਕਿ ਕੋਪਰ ਕੀ ਕਰਦਾ ਹੈ ਜੀ? ਆਇਰਨ ਨੂੰ, ਤੇ ਆਇਰਨ ਦੀ ਫਾਰਮੇਸ਼ਨ, ਜਿਹੜੀ ਹੀਮੋਗਲੋਬਿਨ ਦੀ ਫਾਰਮੇਸ਼ਨ ਹੋ ਰਹੀ ਆ ਆਇਰਨ ਕਰਕੇ, ਉਹਦੇ ਵਿੱਚ ਹੈਲਪ ਕਰ ਰਿਹਾ ਆ। ਕ੍ਰੋਮੀਅਮ ਦੀ ਆਪਾਂ ਗੱਲ ਕਰ ਚੁੱਕੇ ਹਾਂ ਪਿਛਲੇ 'ਚ ਵੀ ਕਿ ਕੀ ਕਰਦਾ ਹੈ? ਬਲੱਡ ਸ਼ੂਗਰ ਆ ਜਿਹੜਾ ਉਹਨੂੰ ਇਨਕਰੀਜ਼ ਕਰਦਾ ਆ, ਟ੍ਰਾਈਗਲਿਸਰਾਈਡ ਆ ਤੇ ਕੋਲੇਸਟਰੋਲ ਆ, ਇਹਦੇ ਜਿਹੜਾ ਲੈਵਲ ਆ ਉਹਨੂੰ ਮੇਨਟੇਨ ਕਰਦਾ ਆ। ਉਸ ਤੋਂ ਬਾਅਦ ਲੈਕ ਆਫ ਸੋਡੀਅਮ ਦੇ ਕਰਕੇ ਕੀ ਹੁੰਦਾ ਜੀ? ਇਹ ਹੁੰਦਾ ਆ ਹਾਈਪੋਨੈਟਰੀਮੀਆ। ਜਦੋਂ ਸੋਡੀਅਮ ਦੀ ਕਮੀ ਹੁੰਦੀ ਆ ਸਾਡੀ ਬੋਡੀ ਦੇ ਵਿੱਚ, ਸੋਡੀਅਮ ਦੀ ਕਮੀ ਆ ਜਾਂਦੀ ਆ ਤਾਂ ਉਹਨੂੰ ਕੀ ਕਹਿੰਦੇ ਆ? ਉਹਨੂੰ ਕਹਿੰਦੇ ਆ ਹਾਈਪੋਨੈਟਰੀਮੀਆ। ਹਾਈਪੋ ਦਾ ਮਤਲਬ ਹੁੰਦਾ ਘੱਟ, ਹਾਈਪਰ ਦਾ ਮਤਲਬ ਹੁੰਦਾ ਜ਼ਿਆਦਾ। ਇਹ ਵਰਡ ਆ ਜਿਹੜੇ ਹਾਈਪੋ ਤੇ ਹਾਈਪਰ, ਇਹ ਤੁਹਾਨੂੰ ਬਹੁਤ ਜ਼ਿਆਦਾ ਮਿਲਣਗੇ। ਬਹੁਤ ਸਾਰੀਆਂ ਟਰਮੋਲੋਜੀ ਦੇ ਵਿੱਚ ਹਾਈਪੋ ਤੇ ਹਾਈਪਰ ਯੂਜ਼ ਹੁੰਦਾ ਆ, ਇਹਨੂੰ ਯਾਦ ਰੱਖ ਲਿਓ। ਉਸ ਤੋਂ ਬਾਅਦ ਅੱਗੇ ਸਾਡਾ ਇਹ ਕੁਐਸਚਨ ਆ ਜੀ, ਵਿਚ ਮਿਨਰਲਸ ਹੈਲਪਸ ਮੇਕਿੰਗ ਇਨਸੂਲਿਨ ਇਨ ਦਾ ਪੈਨਕ੍ਰੀਆਸ। ਕਿਹੜਾ ਮਿਨਰਲ ਆ ਜਿਹੜਾ ਮਦਦ ਕਰਦਾ ਆ ਇਨਸੂਲਿਨ ਬਣਾਉਣ ਦੇ ਲਈ? ਪੈਨਕ੍ਰੀਆਸ ਸਾਡੀ ਆ ਜਿਹੜੀ ਗਲੈਂਡ ਆ, ਇਹ ਇਨਸੂਲਿਨ ਨੂੰ ਪ੍ਰੋਡਿਊਸ ਕਰਦੀ ਆ। ਬਣਾਉਂਦੀ ਕੌਣ ਹੈ ਜੀ? ਪੈਨਕ੍ਰੀਆਸ ਗਲੈਂਡ ਬਣਾ ਰਹੀ ਆ ਇਨਸੂਲਿਨ ਨੂੰ। ਤੇ ਆਪਾਂ ਇਹ ਦੱਸਣਾ ਕਿ ਕਿਹੜਾ ਮਿਨਰਲ ਆ ਜਿਹੜਾ ਕਿ ਹੈਲਪ ਕਰ ਰਿਹਾ ਆ ਪੈਨਕ੍ਰੀਆਸ ਦੀ ਇਨਸੂਲਿਨ ਨੂੰ ਬਣਾਉਣ ਦੇ ਲਈ? ਤਾਂ ਸਭ ਤੋਂ ਪਹਿਲੀ ਆਪਸ਼ਨ ਆ ਕਾਪਰ। ਕਾਪਰ ਦੇ ਬਾਰੇ ਆਪਾਂ ਪਿਛਲੇ ਕੁਐਸਚਨਾਂ 'ਚ ਪੜ੍ਹ ਲਿਆ ਕਿ ਕਾਪਰ ਕੀ ਕੰਮ ਕਰ ਰਿਹਾ ਆ। ਕਾਪਰ ਦਾ ਕੰਮ ਕਰ ਰਿਹਾ ਜੀ ਆਇਰਨ ਤੇ ਹੀਮੋਗਲੋਬਿਨ ਦੇ ਜਿਹੜਾ ਕੰਬਾਈਨੇਸ਼ਨ ਹੋ ਰਿਹਾ ਆ, ਹੀਮੋਗਲੋਬਿਨ ਬਣ ਰਿਹਾ, ਉਹਦੇ ਵਿੱਚ ਹੈਲਪ ਕਰ ਰਿਹਾ ਆ। ਅੱਗੇ ਸੈਕਿੰਡ ਆਪਸ਼ਨ ਹੈ ਜੀ ਜ਼ਿੰਕ। ਉਸ ਤੋਂ ਬਾਅਦ ਕੋਬਾਲਟ। ਕੋਬਾਲਟ ਵੀ ਆਪਾਂ ਪਿਛਲੇ 'ਚ ਪੜ੍ਹ ਲਿਆ, ਕੋਬਾਲਟ ਕੀ ਕੰਮ ਕਰ ਰਿਹਾ। ਤੇ ਵਿਟਾਮਿਨ ਈ ਵੀ ਆਪਾਂ ਪੜ੍ਹ ਲਿਆ। ਹੁਣ ਗੱਲ ਕਰਦੇ ਹਾਂ ਜੀ ਇਹਦਾ ਸਹੀ ਆਪਸ਼ਨ ਬੀ ਆ ਜੀ ਜ਼ਿੰਕ। ਜਿਹੜਾ ਜ਼ਿੰਕ ਆ ਉਹ ਕੀ ਕਰਦਾ? ਉਹ ਸਟਿਮੂਲੇਟ ਕਰਦਾ ਆ ਪੈਨਕ੍ਰੀਆਸ ਨੂੰ, ਤੇ ਜਿਹੜੀ ਇਨਸੂਲਿਨ ਆ ਉਹਨੂੰ ਬਣਾਉਣ ਦੇ ਵਿੱਚ ਹੈਲਪ ਕਰਦਾ ਆ ਪੈਨਕ੍ਰੀਆਸ ਦੀ। ਪੈਨਕ੍ਰੀਆਸ ਕੀ ਹੈ ਜੀ? ਪੈਨਕ੍ਰੀਆਸ ਸਾਡੀ ਗਲੈਂਡ ਆ ਜਿਹੜੀ ਕਿ ਸਾਡੇ ਪੇਟ ਦੇ ਥੱਲੜੇ ਹਿੱਸੇ ਦੇ ਨਾਲ ਹੀ ਉੱਥੇ ਹੁੰਦੀ ਆ। ਤੇ ਇਹ ਕੀ ਕਰਦੀ ਆ? ਇਹ ਇਨਸੂਲਿਨ ਨੂੰ ਬਣਾਉਂਦੀ ਆ। ਤੇ ਇਨਸੂਲਿਨ ਦਾ ਕੰਮ ਕੀ ਆ? ਇਨਸੂਲਿਨ ਦਾ ਕੰਮ ਆ ਡਾਇਬਟੀਜ਼, ਜਿਹੜੀ ਆ ਆਪਾਂ ਕਹਿੰਦੇ ਆ ਅੱਜ ਕੱਲ ਡਾਇਬਟੀਜ਼ ਬਹੁਤ ਜ਼ਿਆਦਾ ਆ। ਤਾਂ ਇਨਸੂਲਿਨ ਕੀ ਕਰਦੀ ਆ? ਜਿਹੜੀ ਸਾਡੀ ਬਲੱਡ ਸ਼ੂਗਰ ਆ ਉਹਦੇ ਲੈਵਲ ਨੂੰ ਮੇਨਟੇਨ ਕਰਕੇ ਰੱਖਦੀ ਆ। ਜੇਕਰ ਸ਼ੂਗਰ ਦਾ ਲੈਵਲ ਬਲੱਡ ਦੇ ਵਿੱਚ ਵੱਧ ਜੇ ਤਾਂ ਕੀ ਹੁੰਦਾ ਆ? ਸਾਨੂੰ ਡਾਇਬਟੀਜ਼ ਹੋ ਜਾਂਦੀ ਆ। ਡਾਇਬਟੀਜ਼ ਵੀ ਦੋ ਤਰ੍ਹਾਂ ਦੀ ਹੁੰਦੀ ਆ,
ਟਾਈਪ 1 ਆ ਤੇ ਟਾਈਪ 2 ਆ। ਜਿਹੜੀ ਟਾਈਪ 1 ਆ ਇਹਦੇ ਵਿੱਚ ਸਾਡੀ ਜਿਹੜੀ ਪੈਨਕ੍ਰੀਆਸ ਆ ਇਹ ਇਨਸੂਲਿਨ ਬਣਾਉਣੋਂ ਹਟ ਜੂਗੀ ਜਾਂ ਬਹੁਤ ਘੱਟ ਮਾਤਰਾ ਚ ਬਣਾਊਗੀ, ਨਾ ਮਾਤਰ ਬਣਾਊਗੀ। ਤਾਂ ਕੀ ਹੁੰਦਾ ਹੈ, ਤਾਂ ਇੰਜੈਕਸ਼ਨ ਲੱਗਦੇ ਆ ਜੀ, ਇੰਜੈਕਸ਼ਨ ਲਗਵਾਉਣੇ ਪੈਂਦੇ ਆ ਸਾਨੂੰ ਇਨਸੂਲਿਨ ਦੇ। ਤੁਸੀਂ ਦੇਖਿਆ ਹੋਊਗਾ ਕਦੇ ਨਾ ਕਦੇ ਕਿਧਰੇ ਨਾ ਕਿਧਰੇ ਕੋਈ ਰਿਸ਼ਤੇਦਾਰ, ਯਾਰ ਦੋਸਤ ਜਾਂ ਉਹਨਾਂ ਦਾ ਕੋਈ ਅੱਗੇ ਨਾ ਕੋਈ ਤੁਹਾਡਾ ਕੋਈ ਨਾ ਕਿਸੇ ਤਰੀਕੇ ਨਾਲ ਕੋਈ ਜੁੜਿਆ ਹੋਇਆ ਇਨਸਾਨ ਇਸ ਬਿਮਾਰੀ ਦੇ ਨਾਲ ਜ਼ਰੂਰ ਜੂਝ ਰਿਹਾ ਹੋਵੇਗਾ, ਤੇ ਜਿਹਨੂੰ ਟੀਕੇ ਲੱਗਦੇ ਹੋਣਗੇ ਇਨਸੂਲਿਨ ਦੇ। ਇਨਸੂਲਿਨ ਦੇ ਟੀਕੇ ਕਿਉਂ ਲਗਵਾਏ ਜਾਂਦੇ ਆ? ਜਦੋਂ ਸਾਡੀ ਪੈਨਕ੍ਰੀਆਸ ਕੰਮ ਕਰਨੋਂ ਹਟ ਜਾਂਦੀ ਆ, ਇਨਸੂਲਿਨ ਦੀ ਪ੍ਰੋਡਕਸ਼ਨ ਆ ਜਿਹੜੀ ਉਹ ਬੰਦ ਹੋ ਜਾਂਦੀ ਆ, ਤਾਂ ਇੰਜੈਕਸ਼ਨ ਲਗਵਾਉਂਦੇ ਆ ਜੀ ਇਨਸੂਲਿਨ ਦੇ। ਜਿਹੜੀ ਟਾਈਪ 2 ਆ ਇਹਦੇ ਵਿੱਚ ਕੀ ਹੁੰਦਾ ਆ, ਇਹ ਬਿਮਾਰੀ ਸਾਨੂੰ ਸਾਡੇ ਮੋਟਾਪੇ ਕਰਕੇ ਵੀ ਆ ਸਕਦੀ ਆ, ਜਾਂ ਸਾਡੇ ਬੈਡ ਲਾਈਫਸਟਾਈਲ ਕਰਕੇ, ਸਾਡਾ ਲਾਈਫਸਟਾਈਲ ਮਾੜਾ ਹੋਣ ਕਰਕੇ ਵੀ ਹੋ ਸਕਦੀ ਆ, ਜਾਂ ਕਿਸੇ ਹੋਰ ਕਾਰਨਾਂ, ਹੋਰ ਬਿਮਾਰੀਆਂ ਕਰਕੇ ਵੀ ਡਾਇਬੀਟੀਜ਼ ਟਾਈਪ 2 ਆ ਜਿਹੜੀ ਉਹ ਹੋ ਸਕਦੀ ਆ। ਕਲੀਅਰ ਹੈ ਜੀ? ਤਾਂ ਇਹ ਸੀਗੇ ਜੀ ਅੱਜ ਦੇ ਸਾਡੇ ਨਿਊਟ੍ਰੀਐਂਟਸ ਦੇ ਉੱਪਰ ਕੁਐਸਚਨ। ਸੋ ਉਮੀਦ ਕਰਦਾ ਕਿ ਤੁਹਾਨੂੰ ਸਾਰੇ ਕੁਐਸਚਨ ਤਰੀਕੇ ਦੇ ਨਾਲ ਸਮਝ ਆ ਗਏ ਹੋਣਗੇ। ਆਪਾਂ ਹਰ ਇੱਕ ਕੁਐਸਚਨ ਦੀ ਬਿਲਕੁਲ ਡਿਟੇਲ ਦੇ ਵਿੱਚ ਜਾਣ ਦੀ ਪੂਰੀ ਕੋਸ਼ਿਸ਼ ਕਰੀ ਆ। ਫਿਰ ਵੀ ਜੇਕਰ ਤੁਹਾਨੂੰ ਲੱਗਦਾ ਆ ਕਿ ਕੋਈ ਕਮੀ ਆ ਤਾਂ ਤੁਸੀਂ ਆਪਣੇ ਵਿਊ ਦੇ ਸਕਦੇ ਹੋ, ਸੁਜੈਸ਼ਨਸ ਦੇ ਸਕਦੇ ਹੋ ਕਿ ਹੋਰ ਜ਼ਿਆਦਾ ਇੰਪਰੂਵ ਕਿਵੇਂ ਕੀਤਾ ਜਾ ਸਕਦਾ ਆ। ਤੇ ਸੁਜੈਸ਼ਨਸ ਦੇਣ ਦੇ ਲਈ ਤੁਸੀਂ ਮੇਰੇ ਇਸ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹੋ ਜੀ। ਮੇਰਾ ਨੰਬਰ ਮੈਂ ਤੁਹਾਨੂੰ ਦੱਸ ਦਿੰਦਾ ਹਾਂ, 77 175 ਜੇਕਰ ਤੁਹਾਨੂੰ ਲੱਗਦਾ ਆ ਕਿ ਹੋਰ ਜ਼ਿਆਦਾ ਇੰਪਰੂਵਮੈਂਟ ਕਰਨੀ ਚਾਹੀਦੀ ਹੈ, ਕੋਈ ਕਮੀਆਂ ਆ, ਕੁਝ ਗਲਤੀਆਂ ਆ, ਤਾਂ ਤੁਸੀਂ ਇਸ ਨੰਬਰ ਦੇ ਉੱਪਰ ਮੈਨੂੰ WhatsApp ਮੈਸੇਜ ਕਰ ਸਕਦੇ ਹੋ, ਆਪਣਾ ਫੀਡਬੈਕ ਦੇ ਸਕਦੇ ਹੋ। ਤੇ ਨਾਲ ਹੀ ਸਾਡੇ ਬੈਚ ਦੇ ਨਾਲ ਤੁਸੀਂ ਜੁੜ ਸਕਦੇ ਹੋ। PTI ਦਾ ਸਾਡਾ ਜਿਹੜਾ ਬੈਚ ਆ ਉਹ ਸ਼ੁਰੂ ਹੋ ਚੁੱਕਿਆ ਆ। ਇਹਦੀਆਂ ਸਾਰੀ ਕਲਾਸਿਸ ਤੁਹਾਨੂੰ ਲਾਈਵ ਤੇ ਰਿਕਾਰਡਡ ਕਲਾਸਿਸ ਮਿਲਣਗੀਆਂ, ਤੇ ਨਾਲ ਹੀ PPT ਆ ਜਿਹੜੀ ਉਹ ਵੀ ਮਿਲੂਗੀ, ਤੇ ਇਹ ਅਵੇਲੇਬਲ ਹੋਣਗੀਆਂ ਜੀ ਪੰਜਾਬ ਕਲਾਸਿਸ ਐਪ ਦੇ ਉੱਪਰ। ਇਹ ਐਪ ਤੁਹਾਨੂੰ ਗੂਗਲ ਸਟੋਰ ਤੇ ਮਿਲ ਜੂਗੀ, ਤੁਸੀਂ ਉੱਥੋਂ ਜਾ ਕੇ ਡਾਊਨਲੋਡ ਕਰਕੇ ਉੱਥੋਂ ਹੀ ਸਬਸਕ੍ਰਾਈਬ ਕਰ ਸਕਦੇ ਹੋ ਤੇ ਸਾਡੇ ਨਾਲ ਜੁੜ ਸਕਦੇ ਹੋ, ਜਾਂ ਫਿਰ ਸਾਨੂੰ ਕਾਲ ਕਰਕੇ ਤੁਸੀਂ ਜੁੜ ਸਕਦੇ ਹੋ, ਇਹ ਕੋਰਸ ਨੂੰ ਆ ਪਰਚੇਜ਼ ਕਰ ਸਕਦੇ ਹੋ। ਫਿਲਹਾਲ ਜੋ ਇਹਦੀ ਫੀਸ ਚੱਲ ਰਹੀ ਆ ਉਹ 3000 ਰੁਪਏ ਹੈ ਜੀ, 40% ਡਿਸਕਾਊਂਟ ਆ। ਸੋ ਇਹ ਜਿਹੜਾ ਡਿਸਕਾਊਂਟ ਆ ਮੈਂ ਅੱਜ ਗੱਲ ਕਰ ਰਿਹਾ ਤਾਂ ਹੁਣ ਚੱਲ ਰਿਹਾ, ਕੋਈ 10 ਦਿਨਾਂ ਬਾਅਦ ਵੀਡੀਓ ਦੇਖ ਕੇ ਕਵੇ ਕਿ ਸਰ ਮੈਂ ਤੁਹਾਡੀ ਵੀਡੀਓ ਦੇਖੀ ਸੀ 3000 ਕਹਿ ਰਹੇ ਸੀਗੇ, ਜੇ ਉਦੋਂ ਤੱਕ ਸਾਡੀ ਫੀਸ ਵੱਧ ਗਈ ਤਾਂ ਉਹੀ ਫੀਸ ਪੇ ਕਰਨੀ ਪੈ ਸਕਦੀ ਆ। ਸੋ ਜਲਦੀ ਤੋਂ ਜਲਦੀ ਸਾਡੇ ਨਾਲ ਕੰਟੈਕਟ ਕਰੋ, ਸਾਡੇ ਨਾਲ ਬਣਨ ਦੇ ਲਈ, ਸਾਡੇ ਨਾਲ ਜੁੜਨ ਦੇ ਲਈ। ਸੋ ਫਿਰ ਮਿਲਦੇ ਹਾਂ ਜੀ ਕਿਸੇ ਹੋਰ ਟੌਪਿਕ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ, ਧੰਨਵਾਦ, ਅਲਵਿਦਾ ਜੀ।